लिखे ऊपर हुक्म होए, लइए वस्त समाल। शाह चले वणजारिया, लिखिया देवे नाल। लिखे ऊपर हुक्म होए, लइए वस्त समाल। वस्त लई वणजारई, वखर बद्दा पाए। कई लाहा लै चले, एक चले मूल गवाए। थोड़ा किने ना मंगेओ, किस कहिए साबास। नदर तिना को नानका, जे साबत लाए रास। महला पहला। जोड़ जोड़ विछड़े विछड़ जुड़े, जीव जीव मुए मुए जीवे। केत्यां के बाप केत्यां के बेटे, केते गुर चेले हुए। आगे पाछे गणत न आवे, क्या जाति क्या हुण हुए। सब करना किरत कर लिखी है, कर कर करता करे करे। मनमुख मरिय गुरमुख तरिय, नानक नदरी नदर करे। पौड़ी। मनमुख दूजा भरम है, दूजे लोभाया। कूड़ कपट कमाम दे, कूड़ो आलाया। पुत्र कलत्र मोह हेत है, सब दुख सवाया। जमदर बद्दे मारी है, पर में परमाया। मनमुख जन्म गवाया, नानक हर पाया। मनमुख जन्म गवाया, नानक हर पाया। वाहिगुरु जी का खालसा, वाहिगुरु जी की फतेह। चवर छत्र तख्त दे मालिक सतगुरु, जुगो जुग अटल, सर्व कला समर्थ साहिब श्री गुरु ग्रंथ साहिब जी की पावन पवित्र हजूरी विच सुभाईमान परम सत्कार जो गुरु रूप खालसा साध संगत जीओ। परम पिता वाहिगुरु जी की बख्शिश सदका ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਨੇ ਗੁਰੂ ਕੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸ਼ਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਦੀ ਵਾਰ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਵਾਰ ਦੀ ਇਹ ਤੀਸਰੀ ਪੌੜੀ ਹੈ। ਇਹ ਪਵਿੱਤਰ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਜੀ ਨੇ ਪਹਿਲੀ ਪੌੜੀ ਅੰਦਰ ਇਹ ਗੱਲ ਕਹੀ ਸੀ ਕਿ ਵਾਹਿਗੁਰੂ ਜੀ ਨੇ ਸਾਰਾ ਜਗਤ ਆਪ ਬਣਾਇਆ ਹੈ, ਮਾਇਆ ਬਣਾਈ, ਮਾਇਆ ਦੇ 3 ਗੁਣ ਬਣਾਏ ਨੇ, ਇਹ ਜੀਵ ਉਹਦੇ ਵਿੱਚ ਚੱਲ ਰਹੇ ਨੇ। ਫਿਰ ਬਚਨ ਕਿ ਕੁਝ ਉਹ ਜੀਵ ਨੇ ਜਿਹੜੇ ਵਾਹਿਗੁਰੂ ਜੀ ਦੇ ਇਸ ਜਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੇ ਨੇ। ਅੱਜ ਦੀ ਪਵਿੱਤਰ ਪੌੜੀ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ ਕੁਝ ਉਹ ਲੋਕ ਨੇ ਜਿਹੜੇ ਇਸ ਮੋਹ ਮਾਇਆ 'ਚ ਖਚਤ ਹੋ ਕੇ ਆਪਣੀ ਜ਼ਿੰਦਗੀ ਨੂੰ ਅਕਾਰਥ ਗਵਾ ਜਾਂਦੇ ਨੇ, ਮਨਮੁਖਤਾ ਵਿੱਚ ਬਤੀਤ ਕਰਦੇ ਨੇ। ਇਹ ਜਗਤ ਹੈ ਵਾਹਿਗੁਰੂ ਜੀ ਦੇ ਹੁਕਮ ਅੰਦਰ। ਵਾਹਿਗੁਰੂ ਜੀ ਨੇ ਮਨੁੱਖ ਦੇ ਲਈ ਬੇਅੰਤ ਦਾਤਾਂ ਬਣਾਈਆਂ ਨੇ, ਵਸਤੂਆਂ ਬਣਾਈਆਂ ਨੇ, ਪਰ ਮਨੁੱਖ ਨੂੰ ਇੱਕ ਸੁਤੰਤਰਤਾ ਦਿੱਤੀ ਹੈ ਕਿ ਇਹ ਜਗਤ ਵਿੱਚ ਮਨੁੱਖ ਨੇ ਜਿਉਣਾ ਕਿਵੇਂ ਹੈ,
ਇਹ ਸੁਤੰਤਰਤਾ ਹੈ ਮਨੁੱਖ ਨੂੰ। ਕੋਈ ਚੰਗਾ ਜੀਵੇ, ਕੋਈ ਮਾੜਾ ਜੀਵੇ, ਕੋਈ ਚੰਗੇ ਕੰਮ ਕਰੇ, ਕੋਈ ਮਾੜੇ ਕਰੇ। ਲੇਕਿਨ ਵਾਹਿਗੁਰੂ ਜੀ ਦਾ ਇੱਕ ਹੁਕਮ ਹੈ ਕਿ ਜੋ ਵਾਹਿਗੁਰੂ ਜੀ ਨੇ ਕਰਨਾ ਹੈ ਉਹ ਜੀਵਨ ਦੇ ਕੀਤੇ ਹੋਏ ਕੰਮਾਂ ਅਨੁਸਾਰ ਕਰਨਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੀ ਇਸ ਪਵਿੱਤਰ ਪੌੜੀ ਰਾਹੀਂ ਵਾਹਿਗੁਰੂ ਜੀ ਦੀ ਇਸ ਰਚਨਾ ਦੀ ਗੱਲ ਕਰਕੇ ਜੋ ਗਿਆਨ ਸਾਨੂੰ ਦੇ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਸ਼ਬਦਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਪਹਿਲਾ ਦੂਜਾ। ਸ਼ਾਹ ਚੱਲੇ ਵਣਜਾਰਿਆ, ਲਿਖਿਆ ਦੇਵੈ ਨਾਲ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1238 ਤੇ ਅੰਕਿਤ ਹਨ। ਇਹ ਪਵਿੱਤਰ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸ਼ਾਹ ਚੱਲੇ ਵਣਜਾਰਿਆ। ਸ਼ਾਹ ਦਾ ਅਰਥ ਇੱਥੇ ਪਰਮਾਤਮਾ ਹੈ, ਉਹ ਵਾਹਿਗੁਰੂ ਹੈ। ਸੱਚ ਸਾਉ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਅਸੀਂ ਜਿੰਨੇ ਵੀ ਜੀਵ ਹਾਂ, ਵਾਹਿਗੁਰੂ ਜੀ ਨੇ ਇਹਨਾਂ ਨੂੰ ਕੋਈ ਵਣਜ ਵਪਾਰ ਕਰਨ ਲਈ ਭੇਜਿਆ। ਗੁਰਬਾਣੀ ਚ ਥਾਂ ਥਾਂ ਤੇ ਜੀਵ ਨੂੰ ਵਣਜਾਰਾ ਕਹਿ ਕੇ ਸਤਿਗੁਰੂ ਜੀ ਨੇ ਸੰਬੋਧਨ ਕੀਤਾ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਈਏ ਜੈਸੀ ਨਿਭੇ ਨਾਲ। ਇੱਕ ਥਾਂ ਤੇ ਸਤਿਗੁਰੂ ਜੀ ਦੇ ਬਚਨ ਨੇ, ਦੋਹੇ ਦੀਵੇ 14 ਹੱਟ ਨਾਲੇ, ਜੇਤੇ ਜੀਤੇ ਤੇ ਵਣਜਾਰੇ। ਅਸੀਂ ਜਿੰਨੇ ਵੀ ਜੀਵ ਹਾਂ ਸਾਰੇ ਵਣਜਾਰੇ ਹਾਂ, ਵਪਾਰ ਕਰਨ ਲਈ ਆਏ ਹਾਂ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਉਹ ਸ਼ਾਹੂਕਾਰ ਹੈ ਨਾ ਪਰਮਾਤਮਾ, ਉਹਦੇ ਹੁਕਮ ਵਿੱਚ ਇਹ ਜੀਵ ਰੂ ਵਣਜਾਰੇ ਉੱਥੋਂ ਚੱਲ ਕੇ ਇੱਥੇ ਆਉਂਦੇ ਨੇ। ਲਿਖਿਆ ਦੇਵੇ ਨਾਲ, ਤੇ ਪਰਮਾਤਮਾ ਨੇ ਇਹਨਾਂ ਜੀਵਾਂ ਨੂੰ ਨਾਲ ਇਹ ਜ਼ਿੰਦਗੀ ਦੇ ਲੇਖ ਲਿਖ ਕੇ ਦਿੱਤੇ ਨੇ, ਸਵਾਸ ਦਿੱਤੇ ਨੇ, ਬਖਸ਼ਿਸ਼ ਕੀਤੀ ਹੈ। ਲਿਖੇ ਉੱਪਰ ਹੁਕਮ ਹੋਏ, ਲਈਐ ਵਸਤ ਸੰਭਾਲ। ਸਤਿਗੁਰੂ ਜੀ ਕਹਿੰਦੇ ਜੋ ਕੁਝ ਵੀ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਨਾ, ਉਹਦੇ ਉੱਪਰ ਵਾਹਿਗੁਰੂ ਜੀ ਦਾ ਹੁਕਮ ਵਰਤਦਾ ਹੈ। ਹੁਕਮ ਅਨੁਸਾਰ ਜੀਵ ਦੀ ਜ਼ਿੰਦਗੀ ਚੱਲਦੀ ਹੈ। ਇਹ ਸਾਹਿਬ ਜੀ ਕਹਿੰਦੇ ਕੁਝ ਉਹ ਜੀਵ ਨੇ ਜਿਹੜੇ ਵਾਹਿਗੁਰੂ ਜੀ ਦੀ ਦਿੱਤੀ ਹੋਈ ਵਸਤੂ ਨੂੰ ਸੰਭਾਲ ਲੈਂਦੇ ਨੇ, ਉਹਦੀ ਕਦਰ ਕਰਦੇ ਨੇ। ਵਸਤ ਲਈ ਵਣਜਾਰੇ ਵੱਖਰ ਬੱਧਾ ਪਾਏ। ਇਹ ਕਹਿੰਦੇ ਜਿਹੜੇ ਜੀਵ ਰੂਪ ਵਣਜਾਰੇ ਨੇ, ਇਹਨਾਂ ਨੇ ਵਾਹਿਗੁਰੂ ਜੀ ਦੇ ਦਰ ਤੋਂ ਦਿੱਤੀ ਹੋਈ ਵਸਤੂ ਵੱਖਰ ਸੌਦਾ ਜਿਹੜਾ ਸੀ, ਪੂੰਜੀ ਜਿਹੜੀ ਸੀ ਉਹ ਲੈ ਲਈ, ਤੇ ਉਹ ਇਸ ਜਗਤ ਵਿੱਚ ਆਏ ਨੇ ਇਹਨਾਂ ਸਾਰੀਆਂ ਦਾਤਾਂ ਨੂੰ ਲੈ ਕੇ। ਕਈ ਲਾਹਾ ਲੈ ਚਲੇ, ਇੱਕ ਚੱਲੇ ਮੂਲ ਗਵਾਏ। ਕੁਝ ਉਹ ਨੇ ਜਿਹੜੇ ਵਾਹਿਗੁਰੂ ਜੀ ਦੀ ਦਿੱਤੀ ਹੋਈ ਰਾਸ ਨੂੰ ਲੈ ਕੇ ਆਉਂਦੇ ਨੇ, ਇਸ ਜੀਵਨ ਵਿੱਚ ਰਹਿ ਕੇ ਲਾਹਾ ਖੱਟਦੇ ਨੇ, ਤੇ ਕਈ ਉਹ ਨੇ ਜਿਹੜੇ ਆਪਣੀ ਪੂੰਜੀ ਨੂੰ ਵੀ ਗਵਾ ਕੇ ਚਲੇ ਜਾਂਦੇ ਨੇ। ਸਭ ਤੋਂ ਕੀਮਤੀ ਪੂੰਜੀ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦੀ ਦਿੱਤੀ ਹੈ, ਸਵਾਸਾਂ ਦੀ ਦਿੱਤੀ ਹੈ। ਹਰ ਮਨੁੱਖ ਦੇ ਕੋਲ ਸਵਾਸ ਨੇ, ਕੋਈ ਇਹਨਾਂ ਨੂੰ ਚੰਗੇ ਬੰਨੇ ਲਗਾ ਲੇ, ਕੋਈ ਮਾੜੇ ਬੰਨੇ ਲਗਾ ਲੇ, ਕੋਈ ਇਹਨਾਂ ਦਾ ਲਾਹਾ ਖੱਟ ਲੇ, ਕੋਈ ਇਹਨਾਂ ਨੂੰ ਅਕਾਰਥ ਗਵਾ ਦੇਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਉਹ ਨੇ ਜਿਹੜੇ ਲਾਹਾ ਲੈ ਕੇ ਜਾਂਦੇ ਨੇ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਾਰੰਵਾਰ ਜ਼ਿੰਦਗੀ ਦਾ ਲਾਹਾ ਖੱਟਣ ਦੀ ਪ੍ਰੇਰਣਾ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ ਸਕਾਲ, ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਤ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਕੋਈ ਲਾਹੇਵੰਦੀ ਘਾਲਣਾ ਕਰੀਏ, ਆਪਾਂ ਲਾਹੇਵੰਦ ਦਾ ਕਰਮ ਕਰੀਏ। ਸਤਿਗੁਰੂ ਜੀ ਕਹਿੰਦੇ ਜੇ ਹੁਣ ਅਸੀਂ ਲਾਹਾ ਖੱਟ ਕੇ ਜਾਵਾਂਗੇ, ਸਾਡਾ ਅਗਲਾ ਜੀਵਨ ਜਿਹੜਾ ਆਗੇ ਬਸਨ ਸੁਹੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਸਾਡਾ ਅੱਗੇ ਵਸਣਾ ਸੌਖਾ ਹੋ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਇੱਕ ਬੜਾ ਪਿਆਰਾ ਕਵਿਤ ਲਿਖਿਆ। ਕਹਿੰਦੇ ਕਿ ਜੀਵ ਤਾਂ ਇਵੇਂ ਹੈ ਜਿਵੇਂ ਬੱਚੀ ਪੇਕੇ ਘਰ 'ਚ ਹੁੰਦੀ ਹੈ ਨਾ,
ਇੱਥੇ ਉਹ ਕਿਵੇਂ ਹੈ, ਪੇਕੇ ਘਰ 'ਚ ਕਿੰਨੇ ਅਮੀਰ ਘਰ 'ਚ ਹੈ ਜਾਂ ਕਿੰਨੀ ਉਹ ਲਾਡਾਂ ਚਾਵਾਂ ਨਾਲ ਪਾਲੀ ਗਈ ਹੈ, ਇਹ ਗੱਲ ਵੱਖਰੀ ਹੈ। ਸਹੁਰੇ ਘਰ 'ਚ ਤਾਂ ਉਹਦੀ ਕਦਰ ਗੁਣਾ ਕਰਕੇ ਪੈਣੀ ਹੈ ਕਿ ਉਹਦੇ ਸੰਸਕਾਰ ਕਿਹੋ ਜਿਹੇ ਨੇ, ਗੁਣ ਕਿਹੋ ਜਿਹੇ ਨੇ। ਕੋਈ ਬੰਦਾ ਪ੍ਰਦੇਸ਼ ਵਿੱਚ ਜਾਂਦਾ ਹੈ ਵਪਾਰ ਕਰਨ ਦੇ ਲਈ, ਉੱਥੇ ਉਹ ਕਿਵੇਂ ਰਹਿੰਦਾ ਹੈ ਗੱਲ ਵੱਖਰੀ ਹੈ। ਲੇਕਿਨ ਜਦੋਂ ਵਾਪਸ ਪਰਤੇਗਾ ਨਾ ਦੇਸ਼ ਵਿੱਚ, ਉਹਨੂੰ ਚੰਗਾ ਤਾਂ ਹੀ ਲੋਕਾਂ ਨੇ ਕਹਿਣਾ ਜੇ ਉਹ 4 ਪੈਸੇ ਕਮਾ ਕੇ ਆਏਗਾ, ਕੋਈ ਲਾਹਾ ਲੈ ਕੇ ਆਏਗਾ। ਕੋਈ ਬੰਦਾ ਮੈਦਾਨੇ ਜੰਗ ਜਾਂਦਾ ਹੈ ਸੰਗਰਾਮ ਦੇ ਸਮੇਂ, ਲੜਾਈ ਦੇ ਸਮੇਂ, ਉਹ ਸੂਰਮਾ ਤਾਂ ਗਿਣਿਆ ਜਾਣਾ ਜੇ ਜਿੱਤ ਪ੍ਰਾਪਤ ਕਰਕੇ ਆਏਗਾ। ਇਹ ਜਗਤ ਸਾਡਾ ਪੇਕਾ ਘਰ ਹੈ, ਸਭਨਾ ਸਹੁਰੇ ਵੰਝਣਾ, ਸਭ ਮੁਕਲ ਆਵਣ ਹਾਰ। ਹਰ ਕਿਸੇ ਨੂੰ ਇਸ ਧਰਤੀ ਤੋਂ ਜਾਣਾ ਪੈਣਾ। ਇੱਥੇ ਅਸੀਂ ਕਿਸ ਤਰ੍ਹਾਂ ਰਹਿ ਰਹੇ ਹਾਂ, ਕਿੰਨੇ ਸੁੱਖ ਮਾਣ ਰਹੇ ਹਾਂ, ਜਾਂ ਸਾਡਾ ਕੀ ਰੁਤਬਾ ਹੈ, ਇਹ ਗੱਲ ਨਹੀਂ ਗਿਣੀ ਜਾਣੀ। ਗਿਣੀ ਤੇ ਜਾਣੀ ਕਿ ਸਾਡੇ ਪੱਲੇ ਗੁਣ ਕਿੰਨੇ ਕੁ ਨੇ, ਅਸੀਂ ਆਚਾਰ ਕਰਕੇ ਕਿਹੋ ਜਿਹੇ ਹਾਂ। ਸਤਿਗੁਰੂ ਜੀ ਨੇ ਵੀ ਕਿਹਾ ਸੀ ਕਿ ਕਰਨੀ ਉੱਪਰ ਹੋਏ ਤਪਾਵਸ, ਮਨੁੱਖ ਦੀ ਕੀਤੀ ਕਰਨੀ ਤੇ ਨਿਰਣਾ ਹੋਣਾ, ਨਿਆਂ ਹੋਣਾ। ਇਸ ਕਰਕੇ ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਜੈਸੇ ਕੁਆਰ ਨਹਿਰ ਕੰਨਿਆ, ਜੈਸੇ ਉਹ ਕੁਆਰ ਕੰਨਿਆ ਲਾਡ ਲੀਕੈ ਮਾਨੀਅਤ, ਵਿਆਹੇ ਸੁਸੁਰਾਰ ਜਾਏ ਗੁਣਨ ਕੈ ਮਾਨੀਏ। ਜੈਸੇ ਵਣਜ ਵਿਹਾਰ ਲਗ ਜਾਏ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕੈ ਆਨੀਏ। जैसे तो संग्राम समय पर दल में अकेलो जाए, जीत आवे सोई सूरा सुपट पहचानी है। भाई साहब जी कहते बिल्कुल इस तरह मनुखा देही प्राप्त करके जे असी जिंदगी का लाहा खट के जावांगे, वाहिगुरु जी के दर ते साडा मान सत्कार तां ही बनेगा। कदी हारियां नूं सत्कार नहीं मिलता, कदी औगण वालियां नूं सिरपाव मिलदे देखे ने। ਇਹ ਤੇ ਗੁਣਵੰਤਿਆਂ ਦੀ ਕਦਰ ਹੁੰਦੀ ਹੈ। ਭਾਵੇਂ ਸਮਾਜ ਦੀ ਗੱਲ ਹੈ, ਗੁਰਬਾਣੀ ਇਹ ਗੱਲ ਕਹਿੰਦੀ ਹੈ, ਔਗਣੇ ਆਰੇ ਮਾਨਸੇ ਭਲੋ ਨਾ ਕਹੇ ਕੋਈ। ਔਗਣ ਵਾਲਿਆਂ ਨੂੰ ਕੋਈ ਚੰਗਾ ਨਹੀਂ ਕਹਿੰਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕੁਝ ਉਹ ਲੋਕ ਨੇ ਜਿਹੜੇ ਕਈ ਲਾਹਾ ਲੈ ਚੱਲੇ, ਜਿਹੜੇ ਕਈ ਇਸ ਧਰਤੀ ਤੋਂ ਆਪਣੀ ਜ਼ਿੰਦਗੀ ਦਾ ਲਾਹਾ ਲੈ ਕੇ ਜਾਂਦੇ ਨੇ। ਇੱਕ ਚੱਲੇ ਮੂਲ ਗਵਾਏ, ਇੱਕ ਉਹ ਨੇ ਜਿਹੜੇ ਰੱਬ ਦੀ ਦਿੱਤੀ ਹੋਈ ਪੂੰਜੀ ਨੂੰ ਵੀ ਗਵਾ ਕੇ ਚਲੇ ਜਾਂਦੇ ਨੇ। ਜਦੋਂ ਮਨੁੱਖ ਇਸ ਧਰਤੀ ਤੇ ਆਉਂਦਾ ਹੈ, ਪਰਮਾਤਮਾ ਨੂੰ ਸਵਾਸ ਦੇ ਕੇ ਭੇਜਦਾ ਹੈ, ਉਹ ਅੰਦਰੋਂ ਬੜਾ ਹੀ ਭੋਲਾ ਹੁੰਦਾ ਹੈ, ਉਹਦੇ ਅੰਦਰ ਪਿਆਰ ਹੁੰਦਾ ਹੈ, ਉਹਦੇ ਅੰਦਰ ਰੱਬੀ ਗੁਣ ਹੁੰਦੇ ਨੇ। ਪਰ ਜਿਉਂ-ਜਿਉਂ ਸਮਾਜ ਵਿੱਚ ਵਿਚਰਦਾ ਹੈ, ਉਹਦੀ ਉਹ ਨਿਰਮਲਤਾ, ਉਹਦਾ ਉਹ ਭੋਲਾਪਨ, ਉਹਦੀ ਉਹ ਨਿਰਮਾਣਤਾ, ਉਹਦੀ ਉਹ ਨਿਰਵੈਰਤਾ ਮੁੱਕਦੀ ਚਲੀ ਜਾਂਦੀ ਹੈ। ਅੰਦਰੋਂ ਉਹ ਠੱਗਿਆ ਜਾਂਦਾ ਹੈ, ਲੁੱਟਿਆ ਜਾਂਦਾ ਹੈ। ਦੇਖੋ, ਸਭ ਤੋਂ ਵੱਡਾ ਤੇ ਧਨ ਸਾਡਾ ਸੰਤੋਖ ਸੀ, ਸਭ ਤੋਂ ਵੱਡਾ ਧਨ ਤੇ ਸਾਡਾ ਪਿਆਰ ਸੀ, ਨਿਰਵੈਰਤਾ ਸੀ। ਇਹ ਲੁੱਟ ਲਈ ਪੰਜਾਂ ਚੋਰਾਂ ਨੇ। ਗੁਰਬਾਣੀ ਇਹ ਗੱਲ ਕਹਿੰਦੀ ਸਾਡੇ ਅੰਦਰ ਅੰਮ੍ਰਿਤ ਹੈ ਤੇ 5 ਚੋਰ ਵੀ ਨਾਲੇ ਨੇ ਲੁੱਟਣ ਵਾਲੇ। ਇਸ ਕਰਕੇ ਕੁਝ ਉਹ ਲੋਕ ਨੇ ਜਿਹੜੇ ਇਸ ਜਗਤ ਵਿੱਚ ਆਏ, ਉਹ ਆਪਣਾ ਮੂਲ ਵੀ ਗਵਾ ਕੇ ਚਲੇ ਗਏ। ਥੋੜਾ ਕਿਨੇ ਨਾ ਮੰਗਿਓ ਕਿਸ ਕਹੀਏ ਸਾਵਾਸ। ਭਾਵੇਂ ਕੋਈ ਦੁਨੀਆ ਵਾਲੇ ਬੰਨੇ ਲੱਗੇ ਨੇ ਤੇ ਭਾਵੇਂ ਕੋਈ ਪ੍ਰਮਾਤਮਾ ਵਾਲੇ ਬੰਨੇ ਲੱਗੇ ਨੇ। ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ, ਉਹਨਾਂ ਨੂੰ ਨਾਮ ਮਿੱਠਾ ਲੱਗਦਾ, ਉਹ ਨਾਮ ਦੀ ਹੀ ਜਾਚਨਾ ਕਰਦੇ ਨੇ। ਜਿਹੜੇ ਦੁਨੀਆ ਵਾਲੇ ਬੰਨੇ ਲੱਗੇ, ਉਹਨਾਂ ਨੂੰ ਮਾਇਆ ਚੰਗੀ ਲੱਗਦੀ ਹੈ, ਉਹ ਮਾਇਆ ਵੱਧ ਤੋਂ ਵੱਧ ਪ੍ਰਾਪਤ ਕਰਨਾ ਚਾਹੁੰਦੇ ਨੇ। ਥੋੜਾ ਕਿਨੇ ਨਾ ਮੰਗਿਓ, ਕਿਸੇ ਨੇ ਵੀ ਥੋੜੀ ਚੀਜ਼ ਨਹੀਂ ਮੰਗੀ। ਨਾਮ ਵਾਲੇ ਨਾਮ ਬਹੁਤ ਮੰਗਦੇ ਨੇ, ਧਨ ਵਾਲੇ ਧਨ ਬਹੁਤ ਮੰਗਦੇ ਨੇ। ਕਿਸ ਕਹੀਏ ਸਾਬਾਸ। ਸਤਿਗੁਰੂ ਸਾਹਿਬ ਜੀ ਕਹਿੰਦੇ ਪਰ ਇਹਨਾਂ ਵਿੱਚੋਂ ਕਿਹੜਾ ਵਿਅਕਤੀ ਜਿਹਨੂੰ ਸਾਬਾਸ ਮਿਲਣੀ, ਜਿਹਨੂੰ ਥਾਪੜਾ ਮਿਲਣਾ, ਜਿਹਨੂੰ ਵਡਿਆਈ ਮਿਲਣੀ ਹੈ? ਭਾਵ ਮਾਇਆ ਮੰਗਣ ਵਾਲੇ ਨੂੰ ਜਾਂ ਨਾਮ ਮੰਗਣ ਵਾਲੇ ਨੂੰ? ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਨਜ਼ਰ ਕਰਮ ਬਖਸ਼ਿਸ਼ ਤਾਂ ਉਹਨਾਂ ਤੇ ਹੋਣੀ ਹੈ ਜਿਨ੍ਹਾਂ ਨੇ ਰੱਬ ਦੀ ਦਿੱਤੀ ਹੋਈ ਪੂੰਜੀ ਨੂੰ ਸਹੀ ਸਲਾਮਤ ਰੱਖਿਆ ਹੈ, ਬਚਾ ਕੇ ਰੱਖਿਆ ਹੈ। ਭਾਵ ਰੱਬ ਨੇ ਜੋ ਦਾਤ ਦੇ ਕੇ ਭੇਜਿਆ, ਉਹਨੂੰ ਸਵਾਰਿਆ, ਸੰਭਾਲਿਆ ਹੈ ਜਿਨ੍ਹਾਂ ਨੇ। ਤੇ ਜੇ ਉਹਨੂੰ ਅਸੀਂ ਗਵਾ ਹੀ ਦਿੱਤਾ, ਮੂਲ ਨੂੰ ਗਵਾ ਦਿੱਤਾ, ਫਿਰ ਅਸੀਂ ਰੱਬ ਦੇ ਦਰ ਤੇ ਕਿਵੇਂ ਸਤਿਕਾਰੇ ਜਾਵਾਂਗੇ? ਇਸ ਕਰਕੇ ਹਰ ਕੋਈ ਭਾਵੇਂ ਮਾਇਆ ਵਾਲੇ ਪਾਸੇ ਲੱਗਾ, ਉਹ ਮਾਇਆ ਵੱਧ ਤੋਂ ਵੱਧ ਜੋੜਨਾ ਚਾਹੁੰਦਾ ਹੈ। ਨਾਮ ਵਾਲੇ ਬੰਨੇ ਲੱਗਿਆ ਬੰਦਾ ਵੱਧ ਤੋਂ ਵੱਧ ਨਾਮ ਨਾਲ ਜੋੜਨਾ ਚਾਹੁੰਦਾ ਹੈ। ਪਰ ਵਡਿਆਈ ਉਹਨਾਂ ਨੂੰ ਮਿਲਣੀ ਹੈ
ਜਿਨ੍ਹਾਂ ਨੇ ਰੱਬੀ ਦਾਤ ਨੂੰ ਸੰਭਾਲਿਆ ਹੈ। ਭਾਵ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੀ ਇਸ ਜ਼ਿੰਦਗੀ ਨੂੰ ਜਿਨ੍ਹਾਂ ਨੇ ਸਫਲ ਬਣਾਇਆ ਹੈ। ਮਹਿਲਾ ਪਹਿਲਾ, ਜੁੜ ਜੁੜ ਵਿਛੜੇ ਵਿਛੜ ਜੁੜੇ। ਇਹ ਪਵਿੱਤਰ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸ਼ਲੋਕ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੁੜ ਜੁੜ ਵਿਛੜੇ ਵਿਛੜ ਜੁੜੇ। ਜੀਵ ਆਤਮਾ ਦਾ ਤੇ ਸਰੀਰ ਦਾ ਜਦੋਂ ਮੇਲ ਹੁੰਦਾ ਫਿਰ ਜ਼ਿੰਦਗੀ ਸ਼ੁਰੂ ਹੁੰਦੀ ਹੈ। ਪੰਜਾਂ ਤੱਤਾਂ ਦੇ ਜੋੜ ਤੋਂ ਮੇਲ ਤੋਂ ਇਹ ਸਰੀਰ ਬਣਦਾ ਹੈ ਤੇ ਸਰੀਰ ਤੇ ਜੀਵ ਆਤਮਾ ਦੇ ਮੇਲ ਤੋਂ ਇਸ ਜ਼ਿੰਦਗੀ ਦੀ ਗੱਲ ਸ਼ੁਰੂ ਹੁੰਦੀ ਹੈ। ਇਹ ਜਦੋਂ ਜੀਵ ਆਤਮਾ ਤੇ ਤੱਤ ਮਿਲਦੇ ਨੇ ਉਦੋਂ ਜੀਵਨ ਸ਼ੁਰੂ ਹੋ ਗਿਆ, ਜਦੋਂ ਵਿਛੜਦੇ ਨੇ ਉਦੋਂ ਜ਼ਿੰਦਗੀ ਖਤਮ ਹੋ ਗਈ। ਗੁਰੂ ਜੀ ਕਹਿੰਦੇ ਕਈ ਵੇਰਾਂ ਜੁੜ ਜੁੜ ਵਿਛੜੇ ਵਿਛੜ ਜੁੜੇ। ਵਾਹਿਗੁਰੂ ਜੀ ਦੇ ਹੁਕਮ ਵਿੱਚ ਕਈ ਵੇਰਾਂ ਸਰੀਰ ਦਾ ਆਤਮਾ ਦਾ ਮੇਲ ਹੁੰਦਾ ਹੈ, ਕਈ ਵੇਰਾਂ ਇਹ ਵਿਛੜਦੇ ਨੇ। ਪਰ ਕਈ ਵਾਰੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਕਈ ਵਾਰੀ ਜ਼ਿੰਦਗੀ ਖਤਮ ਹੁੰਦੀ ਹੈ। ਜੀਵ ਜੀਵ ਮੂਏ ਮੂਏ ਜੀਵੇ। ਕਈ ਜਿਹੜੇ ਜੀਵ ਨੇ ਇਸ ਜਗਤ ਵਿੱਚ ਆ ਕੇ ਜਿਉਂਦੇ ਨੇ, ਫਿਰ ਮਰਦੇ ਨੇ, ਫਿਰ ਮਰਦੇ ਨੇ, ਜਿਉਂਦੇ ਨੇ। ਭਾਵ ਜੰਮਣ ਮਰਨ ਦੇ ਗੇੜ 'ਚ ਪਏ ਰਹਿੰਦੇ ਨੇ। ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ, ਖਤਮ ਹੋ ਗਈ, ਫਿਰ ਜੀਵਨ ਮਿਲਿਆ, ਖਤਮ ਹੋ ਗਿਆ। ਕਿਤਿਆਂ ਕੇ ਬਾਪ ਕਿਤਿਆਂ ਕੇ ਬੇਟੇ ਕਿਤੇ ਗੁਰ ਚੇਲੇ ਹੋਵੇ। ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਕਿੰਨਿਆਂ ਦੇ ਬਾਪ ਬਣਦੇ ਨੇ, ਕਿੰਨਿਆਂ ਦੇ ਬੱਚੇ ਬਣਦੇ ਆ ਅਸੀਂ, ਔਰ ਕਿੰਨੇ ਗੁਰੂ ਬਣਦੇ ਨੇ, ਕਿੰਨੇ ਗੁਰੂਆਂ ਦੇ ਚੇਲੇ ਬਣਦੇ ਨੇ। ਭਾਵ ਇਹ ਜੀਵ ਜਿਹੜਾ ਹੈ ਨਾ ਇਹ ਆਉਣ ਜਾਣ ਦੇ ਗੇੜ 'ਚ ਪਿਆ ਰਹਿੰਦਾ ਹੈ। ਕਿਤੇ ਪਿਓ, ਕਿਤੇ ਪੁੱਤਰ, ਕਿਤੇ ਕੁਝ ਬਣ ਜਾਂਦਾ ਹੈ। ਇਹ ਆਵਾਗਾਉਣ ਦੇ ਚੱਕਰ 'ਚ ਪਿਆ ਰਹਿੰਦਾ ਹੈ। ਆਗੇ ਪਾਛੇ ਗਣਤ ਨ ਆਵੇ, ਕਿਆ ਜਾਤੀ ਕਿਆ ਹੁਣ ਹੋਵੇ। ਵਾਹਿਗੁਰੂ ਜੀ ਦੇ ਹੁਕਮ 'ਚ ਇਹ ਸੰਜੋਗ ਬਣਦਾ ਹੈ ਸਰੀਰਾਂ ਦਾ, ਫਿਰ ਵਿਜੋਗ ਹੋ ਜਾਂਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਇਹ ਵਿਛੜਨਾ ਤੇ ਮਿਲਣਾ, ਇਹਦੇ ਨਾਲ ਇਹ ਜਗਤ ਦੀ ਕਿਰਤ ਚੱਲ ਰਹੀ ਹੈ। ਸਤਿਗੁਰੂ ਜੀ ਕਹਿੰਦੇ ਪਰ ਇਹਦੇ ਵਿੱਚ ਇੱਕ ਗੱਲ ਹੈ ਕਿ ਆਗੇ ਪਾਛੇ ਗਣਤ ਨਾ ਆਵੇ। ਆਗੇ ਦਰਥ ਕਿ ਐਸ ਜ਼ਿੰਦਗੀ ਤੋਂ ਬਾਅਦ ਕੀ ਹੋਣਾ, ਪਾਛੇ ਦਰਥ ਕਿ ਐਸ ਜ਼ਿੰਦਗੀ ਤੋਂ ਪਹਿਲਾਂ ਕੀ ਸੀ। ਇਸ ਚੀਜ਼ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ, ਲੇਖਾ ਜੋਖਾ ਨਹੀਂ ਹੈ। ਇਸ ਤੋਂ ਪਹਿਲਾਂ ਕੀ ਸੀ, ਅਸੀਂ ਕੀ ਸਾਂ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਐਸ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਇਹ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੈ, ਕਿਉਂਕਿ ਪਤਾ ਤੇ ਉਦੋਂ ਲੱਗੇਗਾ ਜਦੋਂ ਅਸੀਂ ਜਾਵਾਂਗੇ। ਜਿਹੜੇ ਗਏ ਨੇ ਉਹ ਤੇ ਮੁੜ ਕੇ ਹੀ ਨਹੀਂ ਆਏ, ਫਿਰ ਸਾਨੂੰ ਕਿਵੇਂ ਪਤਾ ਕਿ ਇਸ ਜ਼ਿੰਦਗੀ ਤੋਂ ਬਾਅਦ ਕੀ ਹੁੰਦਾ ਹੈ। ਗੁਰਬਾਣੀ ਕਹਿੰਦੀ ਇਸ ਜ਼ਿੰਦਗੀ ਤੋਂ ਬਾਅਦ ਕੀ ਹੁੰਦਾ ਇਹਨੂੰ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਜਾਣਦਾ। ਸੂਹੀ ਰਾਗ ਦੀ ਵਾਰ ਵਿੱਚ ਸਤਿਗੁਰੂ ਜੀ ਦਾ ਇੱਕ ਪਵਿੱਤਰ ਸ਼ਲੋਕ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰੀ ਜੀਵਨ ਦੀ ਗੱਲ ਕਰਦੇ ਆ, ਕਿਉਂਕਿ ਵੱਖ-ਵੱਖ ਮਤਾਂ ਮਿਤਾਂਤਰਾਂ ਦੇ ਵਿਸ਼ਵਾਸਾਂ ਦੇ ਲੋਕ ਨੇ, ਉਹਨਾਂ ਦੇ ਰੀਤੀ ਰਿਵਾਜ ਢੰਗ ਰਸਮੋ ਰਿਵਾਜ ਵੀ ਆਪੋ ਆਪਣੇ ਨੇ। ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਉਹਦੇ ਸਰੀਰ ਨੂੰ ਸਮਾਪਤ ਕਰਨ ਲਈ ਵੱਖਰੇ ਵੱਖਰੇ ਤਰੀਕੇ ਨੇ ਜੀਵਾਂ ਦੇ। ਕੋਈ ਉਹਨੂੰ ਸਾੜ ਦਿੰਦਾ ਹੈ, ਕੋਈ ਉਹਨੂੰ ਦਬਾ ਦਿੰਦਾ ਹੈ, ਕੋਈ ਉਹਨੂੰ ਪਾਣੀ 'ਚ ਰੋੜ ਦਿੰਦਾ ਹੈ। ਕਈ ਸਰੀਰ ਉੱਦਾਂ ਹੀ ਪਏ ਰਹਿੰਦੇ ਨੇ। ਜੈਨੀਆਂ ਪਾਰਸੀਆਂ ਦਾ ਆਪਣਾ ਹੀ ਢੰਗ ਤਰੀਕਾ ਹੈ। ਸਤਿਗੁਰੂ ਜੀ ਨੇ ਉਸ ਦੀ ਚਰਚਾ ਕਰਦਿਆਂ ਹੋਇਆਂ ਸਾਹਿਬ ਜੀ ਕਹਿੰਦੇ ਇੱਕ ਦੱਜੇ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ। ਦੱਜੇ ਮਿਲਣ ਸਾੜ ਦਿੱਤਾ ਜਾਂਦਾ ਕਈਆਂ ਨੂੰ। ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਏ। ਇੱਕ ਪਾਣੀ ਵਿੱਚ ਉਹ ਸੱਟੀਏ ਇੱਕ ਪੀ ਫਿਰ ਹੱਸਣ ਪਾਏ। ਕਈਆਂ ਨੂੰ ਦੱਬਿਆ ਜਾਂਦਾ, ਕਈਆਂ ਨੂੰ ਸਾੜਿਆ ਜਾਂਦਾ, ਕਈ ਉਦਾਂ ਹੀ ਜੰਗਲ ਜੁੰਗਲ 'ਚ ਮਰ ਜਾਂਦੇ, ਉਹਨਾਂ ਨੂੰ ਕਾਂ ਕੁੱਤੇ ਖਾ ਜਾਂਦੇ ਨੇ। ਕਈਆਂ ਨੂੰ ਪਾਣੀ 'ਚ ਰੋੜ ਦਿੱਤਾ ਜਾਂਦਾ, ਕਈਆਂ ਨੂੰ ਪਾਰਸੀਆਂ ਦੇ ਮਤ ਅਨੁਸਾਰ ਹੱਸਣ ਵਿੱਚ ਸੁੱਟ ਦਿੱਤਾ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਇਸ ਗੱਲ ਦਾ ਕਿਸੇ ਨੂੰ ਕੋਈ ਗਿਆਨ ਨਹੀਂ, ਇਲਮ ਨਹੀਂ ਹੈ ਕਿ ਜੋ ਜੀਵ ਆਤਮਾ ਹੈ ਨਾ ਉਹ ਕਿੱਥੇ ਚਲੀ ਜਾਂਦੀ ਹੈ, ਜੀਵ ਕਿੱਥੇ ਚਲਿਆ ਜਾਂਦਾ ਹੈ। ਇਹ ਤੇ ਸਰੀਰ ਹੈ, ਕੋਈ ਸਾੜਤਾ, ਕੋਈ ਰੋੜਤਾ, ਕੋਈ ਦਬਾ ਦਿੱਤਾ, ਕੋਈ ਕੁਝ ਕਰਤਾ, ਲੇਕਿਨ ਜੀਵ ਕਿੱਥੇ ਚਲਿਆ ਜਾਂਦਾ ਇਹ ਕਿਸੇ ਨੂੰ ਕੁਝ ਪਤਾ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ
ਕਿ ਆਗੇ ਪਾਛੇ ਗਣਤ ਨਾ ਆਵੇ। ਹੁਣ ਤੋਂ ਪਹਿਲਾਂ, ਇਸ ਜ਼ਿੰਦਗੀ ਤੋਂ ਪਹਿਲਾਂ ਅਸੀਂ ਕੀ ਸਾਂ, ਕਿਸੇ ਨੂੰ ਕੁਝ ਪਤਾ ਨਹੀਂ ਹੈ। ਇਸ ਜ਼ਿੰਦਗੀ ਤੋਂ ਬਾਅਦ ਕੀ ਹੋਣਾ, ਇਹ ਵੀ ਕਿਸੇ ਨੂੰ ਕੁਝ ਨਹੀਂ ਪਤਾ ਹੈ। ਇਹ ਜ਼ਿੰਦਗੀ ਸਾਡੇ ਕੋਲ ਹੈ। ਗੁਰਮਤਿ ਨੇ ਇਹਨੂੰ ਸਵਾਰਨ ਦੀ ਗੱਲ ਕਹੀ ਹੈ। ਗੁਰਬਾਣੀ ਨੇ ਕਿਤੇ ਅਗਲੀ ਜ਼ਿੰਦਗੀ ਦਾ ਲਾਰਾ ਨਹੀਂ ਲਾਇਆ ਕਿ ਇੱਥੇ ਤੁਸੀਂ ਕੰਮ ਕਰੋਗੇ ਤੇ ਅਗਲੀ ਜ਼ਿੰਦਗੀ ਤੁਹਾਨੂੰ ਸੁੱਖ ਮਿਲੇਗਾ। ਗੁਰਬਾਣੀ ਤਾਂ ਐਸ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਗੱਲ ਕਰਦੀ ਹੈ ਕਿ ਐਸ ਜ਼ਿੰਦਗੀ ਦੇ ਅੰਦਰ ਮੁਕਤੀ ਪ੍ਰਾਪਤ ਕਰੋ। ਜੇ ਹੁਣ ਮੁਕਤ ਨਹੀਂ ਤੇ ਕਦੀ ਮੁਕਤ ਨਹੀਂ ਹੋਣਾ। ਮੁਕਤੀ ਦਾ ਅਰਥ ਸੁਤੰਤਰਤਾ, ਮੁਕਤੀ ਦਾ ਅਰਥ ਹੈ ਬੰਦ ਖਲਾਸੀ, ਆਜ਼ਾਦੀ। ਹੁਣ ਸਾਡੀ ਸੁਰਤ ਤਾਂ ਬੰਧਨਾਂ 'ਚ ਪਈ ਹੋਈ ਹੈ। ਕਈ ਚਿੰਤਾਵਾਂ ਤਰ੍ਹਾਂ ਦੇ ਸਾਡੇ ਅੰਦਰ ਰੋਗ ਨੇ, ਕਈ ਤਰ੍ਹਾਂ ਦੇ ਦੁੱਖ ਨੇ, ਪਰੇਸ਼ਾਨੀਆਂ ਨੇ। ਇਹੀ ਤਾਂ ਬੰਧਨ ਨੇ, ਹੋਰ ਬੰਧਨ ਕਿਹੜਾ ਸੰਗਲ ਪਏ ਨੇ ਮਨੁੱਖ ਨੂੰ। ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਮੁਕਤੀ ਹੈ, ਚਿੰਤਾਵਾਂ ਤੋਂ ਮੁਕਤ ਹੋਣਾ ਮੁਕਤੀ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਮੁਕਤੀ ਕੋ ਮਰਨ ਤੋਂ ਬਾਅਦ ਥੋੜੋ ਲੈਣੀ, ਆਪਾਂ ਤਾਂ ਹੁਣ ਚਾਹੀਦੀ ਹੈ। ਜਦੋਂ ਮਾਰੀ ਗਏ ਤੇ ਫਿਰ ਮੁਕਤੀ ਕਰਨੀ ਵੀ ਕੀ ਹੈ। ਦੇਖੋ ਨੇ, ਜਦੋਂ ਮਰ ਗਏ ਉਦੋਂ ਮੁਕਤੀ ਕੀ ਕਰਨੀ, ਮੁਕਤੀ ਤਾਂ ਹੋਣ ਚਾਹੀਦੀ। ਦੁਖੀ ਤੇ ਹੋਣਾ, ਚਿੰਤਾ ਤੇ ਹੋਣਾ। ਇਸ ਕਰਕੇ ਗੁਰਬਾਣੀ ਨੇ ਐਸ ਜ਼ਿੰਦਗੀ ਨੂੰ ਹੀ ਸਵਾਰਨ ਦੀ ਗੱਲ ਕਹੀ ਹੈ। ਐਸੇ ਜ਼ਿੰਦਗੀ ਅੰਦਰ ਉੱਤਮ ਕਰਮ ਕਰਨ ਦੀ ਗੱਲ ਕਹੀ ਹੈ। ਔਰ ਐਸ ਜ਼ਿੰਦਗੀ ਜਿਹੜੇ ਅਸੀਂ ਉੱਤਮ ਕਰਮ ਕਰਾਂਗੇ ਉਹਦਾ ਫਲ ਸਾਨੂੰ ਐਸੇ ਜ਼ਿੰਦਗੀ 'ਚ ਮਿਲੇਗਾ। ਬਾਅਦ 'ਚ ਤਾਂ ਮਿਲਣਾ ਉਹ ਗੱਲ ਵੱਖਰੀ ਹੈ, ਐਸ ਜ਼ਿੰਦਗੀ 'ਚ ਹੀ ਮਿਲੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਗੇ ਪਾਛੇ ਗਣਤ ਨ ਆਵੇ, ਕਿਆ ਜਾਤੀ ਕਿਆ ਹੁਣ ਹੋਵੇ। ਭਈ ਇਸ ਤੋਂ ਪਹਿਲਾਂ ਅਸੀਂ ਕੀ ਸਾਂ, ਇਸ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਹੈ, ਇਸ ਗਿਣਤੀ ਦਾ ਕਿਸ ਨੂੰ ਕੋਈ ਪਤਾ ਨਹੀਂ ਹੈ। ਇਹ ਵੀ ਨਹੀਂ ਪਤਾ ਕਿ ਹੁਣ ਅਸੀਂ ਠੀਕ ਹਾਂ, ਕੱਲ ਨੂੰ ਕੀ ਹੋਣਾ, ਇਹ ਵੀ ਕੋਈ ਪਤਾ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਭ ਕਰਨਾ ਕਿਰਤ ਕਰ ਲਿਖੀ ਹੈ, ਕਰ ਕਰ ਕਰਤਾ ਕਰੇ ਕਰੇ। ਵੀ ਵਾਹਿਗੁਰੂ ਜੀ ਨੇ ਸਾਡੀ ਜੋ ਕਿਰਤ ਹੈ, ਕਿਰਤ ਦਾ ਅਰਥ ਹੁੰਦਾ ਸੁਭਾਵ, ਸੰਸਕਾਰ। ਜੋ ਵੀ ਕੰਮ ਅਸੀਂ ਕਰਦੇ ਹਾਂ ਨਾ, ਜੋ ਦੇਖਦੇ ਹਾਂ, ਜੋ ਬੋਲਦੇ ਹਾਂ, ਜੋ ਸੁਣਦੇ ਹਾਂ, ਜੋ ਕਰਦੇ ਹਾਂ, ਉਸ ਅਨੁਸਾਰ ਸਾਡਾ ਸੁਭਾਅ ਬਣਦਾ ਹੈ, ਸੰਸਕਾਰ ਬਣਦੇ ਨੇ। ਗੁਰੂ ਕਾ ਇੱਕ ਵਚਨ ਕਿ ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲੋ ਰਾਮ। ਅਸੀਂ ਜੋ ਕੰਮ ਕਰਦੇ ਹਾਂ, ਕੰਮਾਂ ਤੋਂ ਸਾਡੀ ਕਿਰਤ ਦਾ ਅਰਥ ਸੰਸਕਾਰ ਬਣਦੇ ਨੇ, ਸੁਭਾਅ ਬਣਦਾ ਹੈ। ਤੇ ਉਸ ਬਣੇ ਹੋਏ ਸੁਭਾਅ ਕਰਕੇ ਅਸੀਂ ਰੱਬ ਤੋਂ ਦੂਰ ਚਲੇ ਗਏ। ਤੇ ਜਦੋਂ ਅਸੀਂ ਚੰਗੇ ਕਰਮ ਕਰਾਂਗੇ, ਸੁਭਾਅ ਵਧੀਆ ਬਣੇਗਾ, ਰੱਬ ਵਿੱਚ ਲਿਵਲੀਨ ਹੋ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਸਭ ਕੁਝ ਕਰਨਾ ਕਿਰਤ ਕਰ ਲਿਖੀਏ, ਕਰ ਕਰ ਕਰਤਾ ਕਰੇ ਕਰੇ। ਵਾਹਿਗੁਰੂ ਜੀ ਦੇ ਹੁਕਮ 'ਚ ਅਸੀਂ ਆਏ ਹਾਂ, ਜ਼ਿੰਦਗੀ ਦਾ ਮੇਲ ਬਣਿਆ ਹੈ। ਜ਼ਿੰਦਗੀ 'ਚ ਕੀ ਕੁਝ ਅਸੀਂ ਕਰਦੇ ਆਏ ਹਾਂ ਇਹ ਕੋਈ ਪਤਾ ਨਹੀਂ ਹੈ। ਲੇਕਿਨ ਹੁਣ ਜੋ ਕੁਝ ਹੈ ਸਭ ਕੁਝ ਕਰਨਾ ਕਿਰਤ ਕਰ ਲਿਖੀਏ। ਜੋ ਅਸੀਂ ਕਰਦੇ ਹਾਂ ਵਾਹਿਗੁਰੂ ਉਹਦਾ ਲੇਖਾ ਰੱਖਦਾ, ਉਹਦੇ ਅਨੁਸਾਰ ਸਾਡੀ ਕਿਰਤ ਬਣਦੀ ਹੈ। ਕਰ ਕਰ ਕਰਤਾ ਕਰੇ ਕਰੇ, ਸਾਡੇ ਕੀਤੇ ਹੋਏ ਕੰਮਾਂ ਅਨੁਸਾਰ ਪਰਮਾਤਮਾ ਫਿਰ ਅੱਗੇ ਕਰਮ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਮਨਮੁਖ ਮਰੀਐ ਗੁਰਮੁਖ ਤਰੀਐ, ਨਾਨਕ ਨਦਰੀ ਨਦਰ ਕਰੇ। ਸਤਿਗੁਰੂ ਸਾਹਿਬ ਜੀ ਕਹਿੰਦੇ ਮਨ ਦੀ ਮਤ ਮਗਰ ਚੱਲਣ ਵਾਲਾ ਪ੍ਰਾਣੀ ਜਿਹੜਾ ਹੈ ਨਾ, ਉਹ ਮਰ ਜਾਂਦਾ ਹੈ, ਭਾਵ ਆਤਮਿਕ ਪੱਖ ਤੋਂ ਮਰ ਜਾਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਥਾਵਾਂ ਤੇ ਕਿਹਾ ਕਿ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਮਰਿਆ ਹੈ, ਮਨਮੁਖ ਬੰਦਾ ਮਰਿਆ। ਸਾਖਤ ਮਰੈ ਸੰਤ ਸਭ ਜੀਵੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਈ। ਸਾਖਤ ਬੰਦੇ, ਰੱਬ ਨਾਲੋਂ ਟੁੱਟੇ ਹੋਏ ਬੰਦੇ ਮਰ ਜਾਂਦੇ ਨੇ, ਜਿਹੜੇ ਸਾਖਤ ਨੇ ਉਹ ਜਿਉਂਦੇ ਰਹਿੰਦੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਭ ਕਰਨਾ ਕਿਰਤ ਕਰ ਲਿਖੀਏ, ਕਰ ਕਰ ਕਰਤਾ ਕਰੇ ਕਰੇ। ਮਨਮੁਖ ਮਰੀਐ ਗੁਰਮੁਖ ਤਰੀਐ। ਮਨ ਦੀ ਮਤ ਮਗਰ ਚੱਲਣ ਵਾਲਾ ਪ੍ਰਾਣੀ ਆਤਮਿਕ ਪੱਖ ਤੋਂ ਮਰ ਜਾਂਦਾ ਹੈ, ਮੋਹ ਮਾਇਆ ਵਿੱਚ ਖਚਿਤ ਹੋ ਜਾਂਦਾ ਹੈ। ਗੁਰਮੁਖ ਦਾ ਅਰਥ ਹੈ ਕਿ ਗੁਰੂ ਦੀ ਮਤ ਅਨੁਸਾਰ ਚੱਲਣ ਵਾਲਾ ਪ੍ਰਾਣੀ ਜਿਹੜਾ ਹੈ ਉਹ ਤਰ ਜਾਂਦਾ ਹੈ। ਤਰ ਜਾਂਦਾ ਅਰਥ ਕਿ ਦੁੱਖਾਂ ਤੋਂ ਉੱਚਾ ਉੱਠ ਜਾਂਦਾ ਹੈ, ਵਿਕਾਰਾਂ ਤੋਂ, ਬੁਰਾਈਆਂ ਤੋਂ ਉੱਚਾ ਉੱਠ ਜਾਂਦਾ ਹੈ। ਜਿਵੇਂ ਕੋਈ ਪ੍ਰਾਣੀ ਪਾਣੀ 'ਚ ਤਰੇ ਨਾ, ਪਾਣੀ ਦੇ ਉੱਪਰ ਉੱਪਰ ਹੁੰਦਾ ਹੈ, ਤਿਵੇਂ ਇਹ ਮਾਇਆ ਜਿਹੜੀ ਹੈ ਇਹ ਪਾਣੀ ਦੀ ਨਹੀਂ ਆਈ ਹੈ। ਔਰ ਜ਼ਿਆਦਾਤਰ ਆਪਾਂ ਦੇਖਦੇ ਹਾਂ ਬੰਦਾ ਡੁੱਬ ਜਾਂਦਾ ਹੈ ਮਾਇਆ ਦੇ ਅੰਦਰ। ਡੁੱਬਣ ਦਾ ਅਰਥ ਹੈ ਕਿ ਮਾਇਆ ਦੀ ਖਾਤਰ ਉਹ ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਗਵਾ ਦਿੰਦਾ ਹੈ,
ਮਾਇਆ ਦੀ ਖਾਤਰ ਸਚਾਈ ਨੂੰ ਛੱਡ ਦਿੰਦਾ ਹੈ, ਇਮਾਨਦਾਰੀ ਨੂੰ ਛੱਡ ਦਿੰਦਾ ਹੈ। ਮਾਇਆ ਦੀ ਖਾਤਰ ਉਹਦੇ ਅੰਦਰੋਂ ਸੰਤੋਖ ਮੁੱਕ ਜਾਂਦਾ ਹੈ, ਤ੍ਰਿਸ਼ਨਾ ਵਿਆਪਦੀ ਹੈ। ਇਹ ਹੈ ਡੁੱਬਣਾ। ਜਦੋਂ ਗੁਣ ਮੁੱਕਦੇ ਨੇ ਉਦੋਂ ਬੰਦਾ ਸੁਰਤ ਦੇ ਪੱਖ ਤੋਂ ਡੁੱਬ ਜਾਂਦਾ ਹੈ, ਨੈਤਿਕਤਾ ਦੇ ਪੱਖ ਤੋਂ ਡੁੱਬ ਜਾਂਦਾ ਹੈ। ਪਰ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਮਨੁੱਖ ਕਰਮ ਕਰਦਾ ਹੈ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਬੰਦੇ ਜਿਹੜੇ ਨੇ ਜਿਉਂਦੇ ਹੋ ਜਾਂਦੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਕਿ ਮਨਮੁਖ ਮਰੀਐ ਗੁਰਮੁਖ ਤਰੀਐ, ਨਾਨਕ ਨਦਰੀ ਨਦਰ ਕਰੈ। ਮਨ ਦੀ ਮਤ ਮਗਰ ਚੱਲਣ ਵਾਲਾ ਪ੍ਰਾਣੀ ਆਤਮਿਕ ਮੌਤੇ ਮਰ ਜਾਂਦਾ ਹੈ। ਗੁਰਮੁਖ ਜਨ, ਗੁਰੂ ਦੀ ਮਤ ਮਗਰ ਚੱਲਣ ਵਾਲਾ ਪ੍ਰਾਣੀ ਜਿਹੜਾ ਹੈ ਉਹ ਮੋਹ ਮਾਇਆ ਤੋਂ ਉੱਚਾ ਉੱਠ ਜਾਂਦਾ ਹੈ, ਤਰ ਜਾਂਦਾ ਹੈ। ਤੇ ਉਹ ਪਰਮ ਪਿਤਾ ਪ੍ਰਮਾਤਮਾ ਜਿਹੜਾ ਹੈ ਨਾ, ਸਾਹਿਬ ਜੀ ਕਹਿੰਦੇ ਨੇ ਉਹ ਨਾਨਕ ਨਦਰੀ ਨਦਰ ਕਰੇ। ਉਹ ਮਿਹਰ ਦੀ ਨਜ਼ਰ ਕਰਨ ਵਾਲਾ ਪ੍ਰਮਾਤਮਾ ਉਹਨਾਂ ਦੇ ਉੱਪਰ ਦਇਆ ਦ੍ਰਿਸ਼ਟੀ ਕਰਦਾ। ਜਿਹੜੇ ਗੁਰੂ ਦੀ ਮੱਤ ਰਾਹੀਂ ਜ਼ਿੰਦਗੀ ਬਤੀਤ ਕਰਦੇ ਨੇ ਉਹ ਭਵ ਸਾਗਰ ਤੋਂ ਪਾਰ ਉਤਰ ਜਾਂਦੇ, ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦੇ ਹਨ। ਪੌੜੀ ਮਨਮੁਖ ਦੂਜਾ ਭਰਮ ਹੈ, ਦੂਜੇ ਲੋਭ ਆਇਆ। ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੀ, ਦੂਸਰਾ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਵਾਹਿਗੁਰੂ ਜੀ ਦੇ ਹੁਕਮ ਅੰਦਰ ਅਸੀਂ ਸਾਰੇ ਵਣਜਾਰੇ ਜਿਹੜੇ ਉਹ ਸ਼ਾਹੂਕਾਰ ਦੇ ਹੁਕਮ 'ਚ ਆਏ ਆ। ਸਾਨੂੰ ਵਸਤੂ ਵੱਖਰ ਦੇ ਕੇ ਉਹਨੇ ਭੇਜਿਆ। ਕਈ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਨੂੰ ਵਰਤ ਕੇ ਲਾਹਾ ਲੈ ਜਾਂਦੇ ਨੇ, ਕਈ ਆਪਣੀ ਜ਼ਿੰਦਗੀ ਦਾ ਮੂਲ ਗਵਾ ਜਾਂਦੇ ਨੇ। ਜਗਤ ਵਿੱਚ ਜਿਹੜੇ ਨਾਮ ਨਾਲ ਜੁੜੇ ਨੇ ਉਹ ਨਾਮ ਦੀ ਜਾਚਨਾ ਕਰਦੇ ਨੇ, ਜਿਹੜੇ ਮਾਇਆ ਨਾਲ ਜੁੜੇ ਨੇ ਉਹ ਮਾਇਆ ਦੀ ਜਾਚਨਾ ਕਰਦੇ ਨੇ। ਜਿਹੜੇ ਮਾਇਆ ਨਾਮ ਨਾਲ ਜੁੜ ਗਏ ਉਹਨਾਂ ਤੇ ਰੱਬ ਦੀ ਰਹਿਮਤ ਹੁੰਦੀ ਹੈ, ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅਸੀਂ ਕਈ ਵਾਰੀ ਜਨਮੇ ਆ, ਕਈ ਵਾਰੀ ਮਰੇ ਆ, ਜੁੜ ਜੁੜ ਵਿਛੜ ਵਿਛੜ ਜੁੜੇ। ਕਈ ਵਾਰੀ ਸਾਡੇ ਸਰੀਰਾਂ ਦਾ, ਪੰਜਾਂ ਤੱਤਾਂ ਦਾ, ਆਤਮਾ ਦਾ ਸੁਮੇਲ ਹੋਇਆ, ਕਈ ਵਾਰੀ ਵਿਛੋੜਾ ਪਿਆ। ਕਈ ਵਾਰੀ ਜੰਮਦੇ, ਕਈ ਵਾਰੀ ਮਰਦੇ, ਪਤਾ ਨਹੀਂ ਕਿੱਥੇ ਪਿਓ ਬਣਦੇ, ਕਿੱਥੇ ਪੁੱਤਰ ਬਣਦੇ, ਕਿੱਥੇ ਕੀ ਬਣਦੇ ਆ, ਕਿੱਥੇ ਚੇਲੇ ਬਣਦੇ ਆ, ਕਿੱਥੇ ਗੁਰੂ ਬਣਦੇ ਆ। ਔਰ ਕਈ ਇਸ ਜ਼ਿੰਦਗੀ ਤੋਂ ਪਹਿਲਾਂ ਜਾਂ ਹੁਣ ਇਸ ਤੋਂ ਬਾਅਦ ਕੀ ਹੋਣਾ ਸਾਨੂੰ ਕੋਈ ਪਤਾ ਨਹੀਂ ਹੈ। ਇਹ ਸਭ ਵਾਹਿਗੁਰੂ ਜੀ ਸਾਡੇ ਕੀਤੇ ਹੋਏ ਕੰਮਾਂ ਅਨੁਸਾਰ ਕਰਦਾ ਹੈ। ਮਨਮੁਖ ਮਰ ਜਾਂਦੇ ਨੇ, ਗੁਰਮੁਖ ਤਰ ਜਾਂਦੇ ਨੇ, ਉਹਨਾਂ ਦੇ ਉੱਪਰ ਵਾਹਿਗੁਰੂ ਜੀ ਦੀ ਨਜ਼ਰੇ ਰਹਿਮਤ ਹੋ ਜਾਂਦੀ ਹੈ। ਪੌੜੀ ਮਨਮੁਖ ਦੂਜਾ ਭਰਮ ਹੈ, ਦੂਜੇ ਲੋਭ ਆਇਆ। ਇਹ ਪਵਿੱਤਰ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਨਾ, ਉਹਦੇ ਮਨ ਅੰਦਰ ਦੂਜੇ ਪਾਸੇ ਦੀ ਖਿੱਚ ਹੈ। ਦੂਜੇ ਲੋਭ ਆਇਆ ਦਰਜ ਕੇ ਦੂਜੇ ਬੰਨੇ ਦੁਨੀਆ ਦੀ ਮੋਹ ਮਾਇਆ ਉਹਨੂੰ ਭਰਮ ਹੈ। ਉਹਦੇ ਮਨ 'ਚ ਭਰਮ ਇਹ ਹੈ ਕਿ ਮਾਇਆ ਹੀ ਸਭ ਕੁਝ ਹੈ, ਦੁਨੀਆ ਦੇ ਰੁਤਬੇ ਹੀ ਸਭ ਕੁਝ ਹੈ, ਦੁਨੀਆ ਦੀ ਸ਼ੋਹਰਤ ਹੀ ਸਭ ਕੁਝ ਹੈ। ਇਸ ਕਰਕੇ ਇਸ ਭਰਮ ਕਰਕੇ ਉਹਦਾ ਮਨ ਜਿਹੜਾ ਹੈ ਨਾ ਦੂਜੇ ਬੰਨੇ ਲੁਭਾਏਮਾਨ ਰਹਿੰਦਾ, ਮਾਇਆ ਵਾਲੇ ਬੰਨੇ, ਦੁਨੀਆ ਵਾਲੇ ਬੰਨੇ ਲੱਗਾ ਰਹਿੰਦਾ, ਮਨਮੁਖ ਹੋਣ ਕਰਕੇ। ਕਿਉਂਕਿ ਜੇਕਰ ਉਹ ਗੁਰਮੁਖ ਹੋਏ, ਉਹਨੂੰ ਪਤਾ ਲੱਗ ਜਾਏ ਕਿ ਮਾਇਆ ਵਾਹਿਗੁਰੂ ਜੀ ਦੇ ਹੁਕਮ ਵਿੱਚ ਮਿਲੀ ਹੈ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਲੇਕਿਨ ਕਿਉਂਕਿ ਉਹ ਮਨਮੁਖ ਹੈ, ਉਹਨੂੰ ਪਤਾ ਨਹੀਂ ਹੈ ਮਾਇਆ ਦੇ ਬਾਰੇ, ਮਾਇਆ ਦੇ ਅਸਲੀ ਰੂਪ ਦੇ ਬਾਰੇ। ਇਸ ਕਰਕੇ ਉਹਦਾ ਮਨ ਜਿਹੜਾ ਨਾ ਦੂਜੇ ਬੰਨੇ ਹੀ ਦੌੜਦਾ ਹੈ, ਉਧਰ ਹੀ ਲੁਭਾਏਮਾਨ ਹੁੰਦਾ ਹੈ। ਕੂੜ ਕਪਟ ਕਮਾਵੰਦੇ ਕੂੜੋ ਆਲਾਇਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਹਨ, ਦੂਜੇ ਬੰਨੇ ਲੱਗੇ ਹੋਏ ਨੇ, ਉਹ ਸਾਰੀ ਜ਼ਿੰਦਗੀ ਕੂੜ ਕਪਟ ਹੀ ਕਰਦੇ ਰਹਿੰਦੇ ਨੇ। ਉਹਨਾਂ ਦੀ ਕਿਰਤ ਵਿੱਚ ਵੀ ਕਪਟ ਹੁੰਦਾ ਹੈ, ਕੂੜ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਇਸ ਕੂੜੇ ਮਨੁੱਖ ਦਾ ਨੇਹ ਕੇਵਲ ਕੂੜੀਆਂ ਚੀਜ਼ਾਂ ਦੇ ਨਾਲ ਬਣਿਆ ਰਹਿੰਦਾ ਹੈ। ਇਸ ਕਰਕੇ ਉਹਨੂੰ ਪ੍ਰਮਾਤਮਾ ਭੁੱਲ ਜਾਂਦਾ ਹੈ, ਪ੍ਰਮਾਤਮਾ ਦੇ ਪਿਆਰ 'ਚ ਨਹੀਂ ਜੁੜਦਾ। ਉਹ ਸਾਰੀ ਜ਼ਿੰਦਗੀ ਕੂੜ ਹੀ ਕਮਾਉਂਦਾ ਹੈ, ਕਪਟ ਹੀ ਕਮਾਉਂਦਾ ਹੈ। ਜੇ ਉਹ ਬੋਲਦਾ ਹੈ ਤੇ ਮੁਖ ਤੋਂ ਕੂੜ ਹੀ ਬੋਲਦਾ ਹੈ, ਕਿਉਂਕਿ ਉਹਦੀ ਸਾਂਝ ਕੂੜ ਦੇ ਨਾਲ ਹੈ। ਹੁਣ ਜਿਸ ਚੀਜ਼ ਨਾਲ ਉਹਦੀ ਸਾਂਝ ਹੋਏਗੀ ਉਹੀ ਕੁਝ ਨੂੰ ਮਿਲਣਾ। ਜਿਸ ਬੰਨੇ ਆਪਾਂ ਲੱਗ ਜਾਵਾਂਗੇ। ਇਸ ਜਗਤ ਦੇ ਅੰਦਰ ਪਰਮਾਤਮਾ ਨੇ ਸਭ ਕੁਝ ਰੱਖਿਆ। ਜਿਵੇਂ ਸਮੁੰਦਰ ਦੇ ਵਿੱਚ ਹੀਰੇ ਰਤਨ ਵੀ ਨੇ, ਸਮੁੰਦਰ ਵਿੱਚ ਕਹਿੰਦੇ ਜ਼ਹਿਰ ਵੀ ਨਿਕਲੀ ਹੈ। ਇਹ ਜਗਤ ਇੱਕ ਸਮੁੰਦਰ ਹੈ। ਇਹ ਜਗਤ ਦੇ ਅੰਦਰ ਤੁਸੀਂ ਚਾਹੋ ਤੇ ਅੰਮ੍ਰਿਤ ਨੂੰ ਮਾਣ ਸਕਦੇ ਹੋ।
ਇਹ ਜਗਤ ਵਿੱਚ ਹੀਰੇ ਰਤਨ ਭਰੇ ਪਏ ਨੇ, ਲੇਕਿਨ ਜੇ ਤੁਸੀਂ ਚਾਹੋ ਤੇ ਇਸ ਜਗਤ ਦੇ ਅੰਦਰ ਔਗਣ ਵੀ ਨੇ, ਬਹੁਤ ਕੁਝ ਹੈ। ਮੋਹ ਮਾਇਆ ਦੀਆਂ ਝੱਖੜ ਹਨੇਰੀਆਂ ਵੀ ਚੱਲ ਰਹੀਆਂ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੂੜ ਕਪਟ ਕੁਮਾਮ ਦੇ ਕੂੜੋ ਆਲਾਇਆ, ਮਨ ਦੀ ਮਤ ਮਗਰ ਚੱਲਣ ਵਾਲਾ ਪ੍ਰਾਣੀ ਸਾਰੀ ਜ਼ਿੰਦਗੀ ਝੂਠ ਨਾਲ ਜੁੜਿਆ ਰਹਿੰਦਾ ਹੈ, ਕਪਟ ਦੀ ਕਮਾਈ ਕਰਦਾ ਹੈ, ਮੁਖ ਤੋਂ ਉਹ ਝੂਠ ਹੀ ਬੋਲਦਾ ਹੈ, ਝੂਠ ਦੀ ਕਿਰਤ ਕਰਦਾ ਹੈ। ਪੁੱਤਰ ਕਲੱਤਰ ਮੋਹ ਹੇਤ ਹੈ, ਸਭ ਦੁੱਖ ਸੁਭਾਇਆ। ਮਨੁੱਖ ਸੋਚਦਾ ਹੈ ਕਿ ਇਹ ਪਰਿਵਾਰ ਮੇਰਾ ਹੈ। ਦੇਖੋ, ਵਾਹਿਗੁਰੂ ਜੀ ਨੇ ਬੜੀ ਬਖਸ਼ਿਸ਼ ਕਰਕੇ ਸਾਡੀ ਜ਼ਿੰਦਗੀ ਨੂੰ ਸੁਖਦਾਈ ਬਣਾਉਣ ਦੇ ਲਈ ਬੜੀਆਂ ਬੜੀਆਂ ਅਮੁੱਲ ਦਾਤਾਂ ਸਾਨੂੰ ਦਿੱਤੀਆਂ ਨੇ। ਸੋਹਣੀ ਧਰਤੀ ਬਣਾਈ ਹੈ। ਹੁਣ ਧਰਤੀ ਤੇ ਬਣਾਈ ਸੀ ਕਿ ਅਸੀਂ ਜ਼ਿੰਦਗੀ ਜੀਉ ਸਕੀਏ। ਬੰਦੇ ਨੇ ਧਰਤੀ ਤੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਦੁਨੀਆ ਤੇ ਇੱਕ ਮੁਸਾਫਰਖਾਨਾ ਹੈ। ਗੁਰਬਾਣੀ ਕਹਿੰਦੀ, ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਵੇਂ ਪ੍ਰਾਹੁਣੇ ਰਾਤ ਨੂੰ ਆਉਂਦੇ ਨੇ, ਸਵੇਰੇ ਉਹਨਾਂ ਚਲੇ ਜਾਣਾ ਹੁੰਦਾ ਹੈ। ਇਸ ਤਰ੍ਹਾਂ ਅਸੀਂ ਧਰਤੀ ਤੇ ਪ੍ਰਾਹੁਣੇ ਬਣ ਕੇ ਆਏ ਹਾਂ। ਵਾਹਿਗੁਰੂ ਜੀ ਨੇ ਸਾਡੇ ਲਈ ਸੋਹਣੀ ਧਰਤੀ ਬਣਾਈ ਹੈ। ਵਾਹਿਗੁਰੂ ਜੀ ਨੇ ਸਾਡੇ ਵਰਤਣ ਲਈ ਇਹ ਦੌਲਤ ਬਣਾਈ, ਮਾਇਆ ਬਣਾਈ ਹੈ। ਸਾਡੇ ਖਾਣ ਪੀਣ ਦੇ ਲਈ ਅਨੇਕਾਂ ਪਦਾਰਥ ਬਣਾਏ ਨੇ। ਕਿੰਨੀਆਂ ਸੋਹਣੀਆਂ ਨਿਆਮਤਾਂ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤੀਆਂ ਨੇ। ਪਰ ਮਨੁੱਖ ਸੋਚਦਾ ਕਿ ਸਭ ਕੁਝ ਮੇਰਾ ਹੀ ਹੈ। ਮਨੁੱਖ ਇਹਨਾਂ ਦੇ ਨਾਲ ਜੁੜ ਗਿਆ। ਜ਼ਿੰਦਗੀ ਦਾ ਜਿਹੜਾ ਅਸਲੀ ਮਾਰਗ ਸੀ ਉਹਦੇ ਤੋਂ ਇਹ ਲੱਥ ਗਿਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਸਾਰੀ ਜ਼ਿੰਦਗੀ ਮਨ ਦੀ ਮਤ ਮਗਰ ਚੱਲਣ ਕਰਕੇ ਜਿੱਥੇ ਕੂੜ ਕਮਾਉਂਦਾ ਹੈ, ਕੂੜ ਬੋਲਦਾ ਹੈ, ਕੂੜ ਦੀ ਗੱਲ ਕਰਦਾ ਹੈ, ਉੱਥੇ ਪੁੱਤਰ ਕਲੱਤਰ ਮੋਹ ਹੇਤ ਹੈ। ਇਹਦਾ ਹੇਤ ਜਿਹੜਾ ਹੈ ਨਾ, ਪਿਆਰ, ਉਹ ਪੁੱਤਰ ਦੇ ਨਾਲ, ਇਸਤਰੀ ਦੇ ਨਾਲ, ਪਰਿਵਾਰਕ ਜੀਵਾਂ ਦੇ ਨਾਲ ਹਰ ਪਾਸੇ ਲੱਗਿਆ ਹੋਇਆ ਹੈ। ਪਰ ਸਤਿਗੁਰੂ ਜੀ ਕਹਿੰਦੇ ਸਭ ਦੁੱਖ ਸਬਾਇਆ। ਇਹ ਸਭ ਕੁਝ ਦੁੱਖਾਂ ਦਾ ਕਾਰਨ ਬਣਦਾ ਹੈ। ਗੁਰਬਾਣੀ ਦਾ ਬਚਨ ਕਿ ਅਨਕ ਪ੍ਰਕਾਰ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੇ ਉਹ ਮਨ ਪਛਤਾਵੈ। ਅਨੇਕ ਪ੍ਰਕਾਰ ਦਾ ਅਰਥ ਹੈ ਕਿ ਅਨੇਕ ਤਰ੍ਹਾਂ ਦੇ ਜਿਹੜੇ ਹੇਤ ਨੇ, ਸਾਡੀ ਖਿੱਚ ਹੈ ਕਈ ਤਰ੍ਹਾਂ ਦੀ। ਕਿਤੇ ਸੰਸਾਰਕ ਰਿਸ਼ਤੇਦਾਰੀਆਂ ਦਾ ਮੋਹ ਹੈ ਸਾਡੇ ਮਨ ਅੰਦਰ, ਕਿਤੇ ਸੰਸਾਰਕ ਰੁਤਬਿਆਂ ਦਾ ਮੋਹ ਹੈ, ਕਿਤੇ ਰੂਪ ਰੰਗ ਦਾ ਸਾਨੂੰ ਮਾਣ ਹੈ, ਕਿਤੇ ਧਨ ਦੌਲਤ ਦਾ ਸਾਨੂੰ ਮਾਣ ਹੈ, ਕਿਸੇ ਨੂੰ ਆਪਣੀ ਭਗਤੀ ਦਾ ਹੀ ਬੜਾ ਹੰਕਾਰ ਹੈ, ਕਿਸੇ ਨੂੰ ਆਪਣੀ ਸੇਵਾ ਦਾ ਹੰਕਾਰ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਅਨੇਕ ਤਰ੍ਹਾਂ ਦੇ ਮੋਹ ਨੇ ਸਾਡੇ ਅੰਦਰ, ਅਨੇਕ ਪ੍ਰਕਾਰ ਮਾਇਆ ਕੇ ਹੇਤ, ਸਰਪੁਰ ਹੋਵਤ ਜਾਨ ਅਨੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਯਕੀਨ ਇਹ ਜਿਹੜੇ ਨੇ ਨਾਸਵੰਤ ਨੇ। ਇਹਨਾਂ ਚੋਂ ਕੋਈ ਚੀਜ਼ ਜਿਹੜੀ ਹੈ ਉਹਨੇ ਸਦਾ ਸਾਡਾ ਸਾਥ ਨਹੀਂ ਦੇਣਾ। ਭਾਵੇਂ ਧੀਆਂ ਪੁੱਤਰ ਨੇ, ਭਾਵੇਂ ਵਸਤੂਆਂ ਨੇ, ਭਾਵੇਂ ਰੁਤਬੇ ਨੇ, ਇਹ ਤੇ ਵਾਹਿਗੁਰੂ ਜੀ ਨੇ ਸਾਨੂੰ ਦਾਤਾਂ ਬਖਸ਼ੀਆਂ, ਸਹੂਲਤ ਦਿੱਤੀ ਹੋਈ ਹੈ। ਲੇਕਿਨ ਸਤਿਗੁਰੂ ਸਾਹਿਬ ਜੀ ਕਹਿੰਦੇ ਹੁੰਦਾ ਕੀ ਹੈ ਕਿ ਪੁੱਤਰ ਕਲੱਤਰ ਮੋਹ ਹੇਤ ਹੈ, ਸਭ ਦੁੱਖ ਸਬਾਇਆ। ਕੋਈ ਪਰਿਵਾਰ ਵੈਸੇ ਦੁੱਖਾਂ ਦਾ ਕਾਰਨ ਨਹੀਂ ਹੈ। ਦੁੱਖਾਂ ਦੀ ਗੱਲ ਕਦੋਂ ਬਣਦੀ ਹੈ? ਜਦੋਂ ਮਨੁੱਖ ਕੇਵਲ ਮੋਹ ਦੇ ਵਿੱਚ ਫਸ ਜਾਂਦਾ ਹੈ, ਬੰਧਨ ਵਿੱਚ ਫਸ ਜਾਂਦਾ ਹੈ। ਮਾਇਆ ਵੀ ਦੁੱਖਾਂ ਦਾ ਕਾਰਨ ਨਹੀਂ ਹੈ, ਕੋਈ ਥਾਂ ਦੁੱਖਾਂ ਦਾ ਕਾਰਨ ਨਹੀਂ ਹੈ, ਕੋਈ ਰੁਤਬਾ ਦੁੱਖਾਂ ਦਾ ਕਾਰਨ ਨਹੀਂ ਹੈ। ਦੁੱਖਾਂ ਦਾ ਕਾਰਨ ਉਦੋਂ ਬਣਦਾ ਹੈ ਜਦੋਂ ਮਨੁੱਖ ਵੱਜ ਜਾਂਦਾ ਹੈ, ਵਿੱਚ ਬੰਧਨਾਂ ਵਿੱਚ ਵੱਜ ਜਾਂਦਾ ਹੈ। ਪਰਿਵਾਰ ਵਾਹਿਗੁਰੂ ਜੀ ਨੇ ਦਿੱਤਾ ਹੈ, ਸਾਡੇ ਵੱਡੇ ਭਾਗ ਨੇ। ਪਰ ਜਦੋਂ ਅਸੀਂ ਪਰਿਵਾਰ ਦੇ ਮੋਹ ਵਿੱਚ ਹੀ ਖਚਤ ਹੋ ਗਏ, ਪਰਿਵਾਰ ਤੋਂ ਬਿਨਾਂ ਸਾਨੂੰ ਕੁਝ ਨਜ਼ਰ ਹੀ ਨਾ ਆਇਆ, ਪਰਿਵਾਰ ਦੀ ਖਾਤਰ ਅਸੀਂ ਫਿਰ ਝੂਠ ਬੋਲਣਾ ਸ਼ੁਰੂ ਕਰਤਾ, ਪਰਿਵਾਰ ਦੀ ਖਾਤਰ ਅਸੀਂ ਬੇਈਮਾਨੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹ ਧਾਰਨਾ ਬਣਾ ਲਈ ਕਿ ਦੇਖੋ ਜੀ ਜੇ ਬੇਈਮਾਨੀ ਨਾ ਕਰੀਏ ਤੇ ਘਰ-ਬਾਰ ਕਿਵੇਂ ਚੱਲੇਗਾ, ਨਿਆਣੇ ਕਿੱਦਾਂ ਪਾਲਣੇ ਜੇ ਅਸੀਂ ਝੂਠ ਨਾ ਬੋਲੀਏ। ਤੁਸੀਂ ਕਹਿੰਦੇ ਸੱਚ ਹੀ ਬੋਲੋ। ਬਸ ਇਹ ਹੈ, ਪਰਿਵਾਰ ਦੀ ਖਾਤਰ ਅਸੀਂ ਆਪਣਾ ਦੀਨ ਗਵਾਇਆ। ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਹਰ ਪ੍ਰਾਣੀ ਨੂੰ ਜਿਹੜਾ ਦੁਨਿਆਵੀ ਮੋਹ ਮਾਇਆ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੇ ਮਾਰਗ ਤੋਂ ਪਰੇ ਹੋ ਜਾਂਦਾ ਹੈ, ਸੰਬੋਧਨ ਕਰਦੇ ਇੱਕ ਗੱਲ ਕਹੀ, ਅਨ ਕੈ ਰਾਤੜਿਆ ਵਾਟ ਦੁਹੇਲੀ ਰਾਮ। ਅਨ ਦਾ ਅਰਥ ਹੁੰਦਾ ਹੋਰ। ਉਹ ਹੋਰ ਬੰਨੇ ਜੁੜੇ ਹੋਏ ਪ੍ਰਾਣੀ ਇੱਕ ਗੱਲ ਚੇਤੇ ਰੱਖੀ, ਵਾਟ ਦੁਹੇਲੀ ਰਾਮ।
ਤੇਰੀ ਜ਼ਿੰਦਗੀ ਦੀ ਆਉਣ ਵਾਲੀ ਵਾਟ ਬੜੀ ਬਿਖਮ ਹੈ, ਸੌਖੀ ਨਹੀਂ ਹੈ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਜੇ ਤੂੰ ਪਾਪ ਹੀ ਕਰੀ ਗਿਆ ਤੇ ਸਤਿਗੁਰੂ ਜੀ ਕਹਿੰਦੇ ਕਿਸੇ ਨੇ ਬੇਲੀ ਨਹੀਂ ਬਣਨਾ ਤੇਰਾ, ਕੋਈ ਸਾਥ ਨਹੀਂ ਦਿੰਦਾ। ਦੇਖੋ ਪਰਿਵਾਰ ਦੀ ਖਾਤਰ ਅਸੀਂ ਕਈ ਤਰ੍ਹਾਂ ਦੇ ਮਾੜੇ ਚੰਗੇ ਕੰਮ ਕਰਦੇ ਹਾਂ, ਕਈ ਤਰ੍ਹਾਂ ਦੇ ਝੂਠ ਬੋਲਦੇ ਹਾਂ। ਸਾਡੀਆਂ ਨਜ਼ਰਾਂ ਦੇ ਸਾਹਮਣੇ ਹੈ ਅਨੇਕਾਂ ਬਜ਼ੁਰਗ ਜਿਨ੍ਹਾਂ ਨੇ ਪਰਿਵਾਰ ਦੀ ਖਾਤਰ ਬੜੀ ਮਿਹਨਤ ਕੀਤੀ, ਬੜੀ ਘੱਲ ਨਾ ਘਾਲੀ। ਉਹ ਬਿਰਧ ਆਸ਼ਰਮ 'ਚ ਵਿਚਾਰੇ ਬੈਠੇ ਹੋਏ ਨੇ, ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਹੈ। ਉਹ ਮਰਨ ਤੋਂ ਬਾਅਦ ਤਾਂ ਬੇਲੀ ਕਿਸੇ ਨੇ ਕੀ ਬਣਨਾ ਹੈ। ਇਹ ਤਾਂ ਦੁਨਿਆਵੀ ਮੋਹ ਮਾਇਆ 'ਚ ਖਚਤ ਪ੍ਰਾਣੀ ਜਿਉਂਦੇ ਜਿਹੀ ਮਨੁੱਖ ਦਾ ਸਾਥ ਛੱਡ ਦਿੰਦੇ ਨੇ। ਜਿੰਨਾ ਚਿਰ ਸਵਾਰਥ ਹੈ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇ ਰਹਿ ਬਿਬਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੀ ਰਹਿ। ਤੰਦਰੁਸਤੀ ਹੈ, ਸੁਖ ਹੈ, ਰੁਤਬਾ ਹੈ, ਸ਼ੋਹਰਤ ਹੈ, ਉਦੋਂ ਤੇ ਬਗਾਨੇ ਵੀ ਆਪਣੇ ਬਣੇ ਚਲੀ ਜਾਂਦੇ ਨੇ। ਖਾ ਮਖਾ ਰਿਸ਼ਤੇਦਾਰੀਆਂ ਬੰਦਾ ਬਣਾਈ ਚਲਿਆ ਜਾਂਦਾ ਹੈ। ਲੇਕਿਨ ਜਦੋਂ ਤੰਦਰੁਸਤੀ ਚਲੀ ਗਈ, ਜਦੋਂ ਜ਼ਿੰਦਗੀ ਚੋਂ ਸ਼ੋਹਰਤ ਚਲੀ ਗਈ, ਦੌਲਤ ਚਲੀ ਗਈ, ਕੋ ਨਾ ਆਵਤ ਨੇੜੇ, ਉਦੋਂ ਕੋਈ ਨੇੜੇ ਨਹੀਂ ਲੱਗਦਾ, ਕੋਈ ਸਾਥ ਨਹੀਂ ਦਿੰਦਾ। ਇਸ ਕਰਕੇ ਸਤਿਗੁਰੂ ਜੀ ਨੇ ਕਿ ਅਨ ਕਹਿ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੂਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸਿੱਧੇ ਆਵੇ। ਉਹ ਜਦੋਂ ਕਿਸੇ ਨੇ ਤੇਰਾ ਮਦਦਗਾਰ ਨਹੀਂ ਨਾ ਬਣਨਾ, ਫਿਰ ਤੂੰ ਬੜਾ ਝੂਰੇਗਾ। ਸਰੀਰ ਨੂੰ ਤਿਆਗਣਾ ਕੋਈ ਦੁੱਖ ਨਹੀਂ ਹੈ। ਦੇਖੋ ਅਸੀਂ ਸੌਂਦੇ ਹਾਂ, ਨੀਂਦ ਆਉਂਦੀ ਹੈ, ਉਦੋਂ ਅਸੀਂ ਕੋਈ ਦੁਖੀ ਹੁੰਦੇ ਹਾਂ। ਇਵੇਂ ਕਹਿ ਲਓ ਕਿ ਉਹ ਛੋਟੀ ਮੌਤ ਹੈ ਨੀਂਦ ਜਿਹੜੀ ਹੈ, ਤੇ ਮੌਤ ਜਿਹੜੀ ਇੱਕ ਲੰਮੀ ਨੀਂਦ ਹੈ। ਲੇਕਿਨ ਉਦੋਂ ਬੰਦਾ ਕਿਉਂ ਦੁਖੀ ਹੁੰਦਾ ਹੈ? ਉਹਦੇ ਦੁੱਖਾਂ ਦਾ ਕਾਰਨ ਇਹ ਹੈ ਕਿ ਮਨੁੱਖ ਸੋਚਦਾ ਕਿ ਜਿਸ ਪਰਿਵਾਰ ਦੀ ਖਾਤਰ ਮੈਂ ਇੰਨੀ ਮਿਹਨਤ ਕੀਤੀ, ਏਡੇ ਵੱਡੇ ਘਰ ਬਣਾਏ, ਸਭ ਕੁਝ ਇਹਨਾਂ ਨੂੰ ਕਮਾ ਕੇ ਦਿੱਤਾ, ਉਹ ਤੇ ਮੇਰੀ ਬਾਤ ਹੀ ਨਹੀਂ ਪੁੱਛਦੇ, ਮੇਰੇ ਨੇੜੇ ਹੀ ਨਹੀਂ ਲੱਗਦੇ। ਮਰਨ ਵੇਲੇ ਤਾਂ ਦੁਖੀ ਹੋਣਾ ਹੀ ਹੈ। ਬੰਦਾ ਬਿਰਧ ਅਵਸਥਾ ਚਲਿਆ ਜਾਏ, ਜੀਆ ਜੰਤ ਕੋਲ ਨਹੀਂ ਬੈਠਦੀ, ਬੰਦਾ ਉਦੋਂ ਹੀ ਬੜਾ ਪਰੇਸ਼ਾਨ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੂਤਾਵੇਂ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸਿੱਧੇ ਆਵੇਂ। ਉਹ ਹੁਣ ਤੇਰੀ ਜ਼ਿੰਦਗੀ ਹੈ ਪ੍ਰਮਾਤਮਾ ਦੇ ਗੁਣ ਗਾਉਣ ਦੀ। ਹੁਣ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ, ਮੁੜ ਕੇ ਤੇ ਇਹ ਦਿਨ ਨਹੀਂ ਆਉਣੇ, ਐ ਤੰਦਰੁਸਤੀ ਮੁੜ ਕੇ ਨਹੀਂ ਲੱਭਣੀ, ਐ ਜ਼ਿੰਦਗੀ ਦਾ ਮੌਕਾ ਮੁੜ ਕੇ ਨਹੀਂ ਲੱਭਣਾ। ਇਹ ਦਿਨ ਰੱਬ ਦੇ ਪਿਆਰ 'ਚ ਜੁੜਨ ਵਾਲੇ ਵੀ ਕੋਈ ਖਾਸ ਹੀ ਹੁੰਦੇ ਨੇ। ਤੁਸੀਂ ਜ਼ਿੰਦਗੀ 'ਚ ਕੋਈ ਵਪਾਰ ਕਰਨਾ ਹੈ ਤੇ ਉਹ ਜ਼ਿੰਦਗੀ ਦਾ ਕੋਈ ਟਾਈਮ ਹੁੰਦਾ ਹੈ। ਕੋਈ ਵੀ ਕੰਮ ਤੁਸੀਂ ਕਰਨਾ ਹੈ, ਸਫਲਤਾ ਪ੍ਰਾਪਤ ਕਰਨੀ ਹੈ, ਉਹਦੇ ਲਈ ਤੰਦਰੁਸਤੀ ਦੀ, ਜਵਾਨੀ ਦੀ ਲੋੜ ਹੈ। ਜਵਾਨੀ 'ਚ ਹੀ ਮਾਰ ਕੇ ਮਾਰੇ ਜਿਨ੍ਹਾਂ ਨੇ ਮਾਰੇ ਨੇ। ਜੇ ਕੋਈ ਇਨਕਲਾਬ ਖੜਾ ਕੀਤਾ ਹੈ ਤੇ ਜਵਾਨੀ 'ਚ। ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਜਵਾਨੀ 'ਚ ਇਨਕਲਾਬ ਸ਼ੁਰੂ ਕਰ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 41 ਸਾਲ 9 ਮਹੀਨੇ 15 ਦਿਨਾਂ ਦੀ ਉਮਰ ਤੱਕ ਉਹ ਕੰਮ ਕਰ ਦਿੱਤੇ ਜਿਹੜੇ ਯੁੱਗਾਂ 'ਚ ਨਹੀਂ ਲੋਕ ਕਰ ਸਕਦੇ। 14 ਜੰਗਾਂ ਕੋਈ ਮਾਮੂਲੀ ਗੱਲ ਨਹੀਂ ਹੈ। ਉਹ ਵੀ ਜੰਗਾਂ ਕੋਈ ਸੁਖਾਵੀਆਂ ਜੀਆਂ, ਕੋਈ ਉਹਨਾਂ ਦਾ ਸਮਾਪਨ ਹੈ ਹੀ ਨਹੀਂ ਹੈ। ਕਿਤੇ 10 ਲੱਖ ਹੋਣ ਤੇ ਕਿਤੇ 40 ਹੋਣ, ਜੰਗ ਦਾ ਕੋਈ ਮੇਲ ਹੈ? ਲੇਕਿਨ ਸਤਿਗੁਰੂ ਜੀ ਨੇ ਭਰ ਜਵਾਨੀ ਦੇ ਵਿੱਚ ਏਡੇ ਏਡੇ ਪੰਥ ਖਾਲਸੇ ਦੀ ਸਿਰਜਣਾ ਕਰ ਦਿੱਤੀ। ਇਹ ਕੰਮ ਕੋਈ ਮਾਮੂਲੀ ਕੰਮ ਨਹੀਂ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਕਦੋਂ ਸਿੱਧੇ ਆਵੇਂ। ਭਾਈ ਹੁਣ ਤੰਦਰੁਸਤੀ ਹੈ, ਹੁਣ ਅੱਖਾਂ ਤੋਂ ਨਜ਼ਰ ਆਉਂਦਾ ਹੈ, ਹੁਣ ਕੰਨਾਂ ਤੋਂ ਸੁਣਿਆ ਜਾਂਦਾ ਹੈ, ਹੁਣ ਪੈਰਾਂ ਤੋਂ ਤੁਰਿਆ ਜਾਂਦਾ ਹੈ। ਹੁਣ ਤੂੰ ਰੱਬ ਵਾਲੇ ਬੰਨੇ ਲੱਗਦਾ ਨਹੀਂ, ਕਹਿੰਦਾ ਜੀ ਨਿਆਣੇ ਨਹੀਂ ਪਾਲਣੇ, ਕੰਮ ਨਾ ਕਰੀਏ ਤਾਂ ਕਿੱਧਰ ਜਾਈਏ, ਭੁੱਖੇ ਥੋੜੋ ਮਰਨਾ, ਇਹ ਤੇ ਬੁੱਢੇ ਬਾਰੇ ਕੰਮ ਕਰ ਲਾਂਗੇ। ਸਤਿਗੁਰੂ ਜੀ ਕਹਿੰਦੇ ਦਿਨ ਮੁੜ ਕੇ ਨਹੀਂ ਮਿਲਣੇ। ਜਦੋਂ ਕੋਲੋਂ ਫਿਰ ਵੇੜਾ ਆਉਣਾ ਨਾ, ਉਦੋਂ ਨਜ਼ਰ ਹੀ ਨਹੀਂ ਆਉਣਾ, ਉਦੋਂ ਸੁਣਿਆ ਹੀ ਨਹੀਂ ਜਾਣਾ। ਉਦੋਂ ਜਦੋਂ ਸੁਣਿਆ ਹੀ ਨਹੀਂ ਗਿਆ, ਬਾਪੂ ਗੁਰਦੁਆਰੇ ਆ ਕੇ ਬੈਠਾ ਰਹੇਗਾ, ਥੰਮ ਨਾ ਲੱਗ ਕੇ ਤੇ ਲਾਭ ਕੀ ਹੋਇਆ? ਉਦੋਂ ਸੁਣਿਆ ਹੀ ਕੁਝ ਨਹੀਂ, ਬੈਠਿਆ ਹੀ ਨਹੀਂ ਜਾਂਦਾ ਉਦੋਂ। ਇਸ ਕਰਕੇ ਜੇ ਤੁਸੀਂ ਦੁਨੀਆ ਦੇ ਕਿਸੇ ਕੰਮ 'ਚ ਕਾਮਯਾਬੀ ਕਰਨੀ ਹੈ ਤੇ ਉਹਦੇ ਲਈ ਕੇਵਲ ਜਵਾਨੀ ਹੈ। ਜੇ ਤੁਸੀਂ ਪਰਮਾਤਮਾ ਦੇ ਪਿਆਰ ਜੋੜਨਾ ਹੈ ਤੇ ਉਹਦੇ ਲਈ ਕੇਵਲ ਜਵਾਨੀ ਹੈ। ਬਾਬਾ ਕਬੀਰ ਸਾਹਿਬ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ। ਉਹ ਬੰਦਿਆ ਜਦੋਂ ਤਾਂ ਤੇਰਾ ਕਮਾਈ ਕਰਨ ਦਾ ਵੇਲਾ ਸੀ, ਖੱਟੀ ਖੱਟਣ ਦਾ ਵੇਲਾ ਸੀ, ਉਦੋਂ ਤੇ ਤੂੰ ਦੁਨੀਆ 'ਚ ਹੀ ਖਚਤ ਰਿਹਾ, ਉਦੋਂ ਤੂੰ ਦੁਨੀਆ ਤੋਂ ਲੰਬੇ ਨਾ ਹੋਇਆ। ਪਰ ਜਦੋਂ ਹੁਣ ਮੌਤ ਦੀ ਨੀਂਹ ਵੱਜ ਗਈ,
ਹੁਣ ਐਨ ਪਾਪਾਂ ਦੇ ਨਾਲ ਬੇੜਾ ਭਰ ਗਿਆ, ਤੁਰ ਪਿਆ, ਤੇ ਹੁਣ ਤੂੰ ਕੀ ਰੱਬ ਨੂੰ ਚੇਤੇ ਕਰਨਾ ਹੈ? ਦੇਖੋ ਨਾ, ਜੋ ਕੁਝ ਵੀ ਹੈ ਸਾਡੇ ਸੰਸਕਾਰ ਬਣ ਜਾਂਦੇ ਨੇ, ਉਹਨਾਂ ਨੂੰ ਬਦਲਣਾ ਕੋਈ ਸੌਖੀ ਗੱਲ ਨਹੀਂ ਹੈ। ਜਵਾਨੀ ਵੇਲੇ ਮਾਇਆ 'ਚ ਖਚਤ ਰਹਾਂਗੇ ਤੇ ਇਹ ਨਹੀਂ ਕਿ ਬੁੱਢੇ ਵੇਲੇ ਝੱਟ ਅਸੀਂ ਬ੍ਰਹਮ ਗਿਆਨੀ ਬਣ ਜਾਵਾਂਗੇ। ਇਹਦੇ ਲਈ ਤੇ ਰੋਜ਼ ਘਾਲਣਾ ਕਰਨੀ ਪੈਂਦੀ। ਇੱਕ ਦਿਨ 'ਚ ਕੋਈ ਕਦੀ ਅਮੀਰ ਨਹੀਂ ਬਣਦਾ। ਇਹ ਹੋਇਆ ਕਦੀ ਕਿ ਕੋਈ ਬੰਦਾ ਕਿ ਇੱਕ ਦਿਨ 'ਚ ਹੀ ਮੈਂ ਕਰੋੜਪਤੀ ਬਣ ਜਾਵਾਂ, ਇੱਕ ਦਿਨ 'ਚ ਹੀ ਮੈਂ ਕਿਤੇ ਡਾਕਟਰ ਬਣ ਜਾਵਾਂ, ਇੱਕ ਦਿਨ 'ਚ ਹੀ ਮੈਂ ਇੰਜੀਨੀਅਰ ਬਣ ਜਾਵਾਂ, ਕਦੀ ਨਹੀਂ ਹੋਇਆ। ਪਰ ਧਰਮ ਦੀ ਦੁਨੀਆ 'ਚ ਬੰਦਾ ਚਾਹੁੰਦਾ ਇੱਕ ਦਿਨ 'ਚ ਹੀ ਬ੍ਰਹਮ ਗਿਆਨੀ ਬਣ ਜਾ, 5 ਕੁ ਦਿਨ ਸੁਖਮਨੀ ਸਾਹਿਬ ਕਰਾਂ, ਜਪਜੀ ਸਾਹਿਬ ਕਰਾਂ ਤੇ ਬਸ ਜੀ ਮੈਂ ਗੁਰਮੁਖ ਬਣ ਜਾ। ਕਰਨਾ ਤਾਂ ਚੰਗੀ ਗੱਲ ਹੈ, ਪਰ ਗੁਰਬਾਣੀ ਇਹ ਗੱਲ ਕਹਿੰਦੀ ਇਹਦੇ ਲਈ ਕੋਈ ਟਾਈਮ ਹੈ। ਹਰ ਰੋਜ਼ ਵਾਹਿਗੁਰੂ ਜੀ ਦੇ ਪਿਆਰ ਜੁੜੀਏ। ਗੁਰਮਤਿ ਨੇ ਤਾਂ ਕੋਈ ਬੋਝ ਹੀ ਨਹੀਂ ਪਾਇਆ। ਤੁਸੀਂ ਹੋਰ ਮੱਤਾਂ ਮਤਾਂਤਰਾਂ ਦੇ ਵਿਧਾਨ ਪੜੋ, ਕੋਈ ਕਹਿੰਦਾ 5 ਵਾਰੀ ਦਿਨ ਦੇ ਵਿੱਚ ਤੁਹਾਨੂੰ ਜੁੜਨਾ ਪਏਗਾ, ਕਿਸੇ ਨੇ 3 ਵਾਰੀ ਦੀ ਗੱਲ ਕੀਤੀ ਹੈ। ਤੇ ਗੁਰਬਾਣੀ ਤਾਂ ਕਹਿੰਦੀ ਅੰਮ੍ਰਿਤ ਵੇਲੇ ਉੱਠੋ, ਵਾਹਿਗੁਰੂ ਜੀ ਦੇ ਪਿਆਰ ਜੁੜੋ, ਆਪਣੀ ਕਿਰਤ ਕਰੋ, 10 ਨਵਾਂ ਦੀ ਕਿਰਤ ਕਰੋ, ਵੰਡ ਕੇ ਛਕੋ, ਪ੍ਰਮਾਤਮਾ ਨੂੰ ਚੇਤੇ ਰੱਖੋ। ਕੋਈ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ, ਕੋਈ ਕੰਮਕਾਰ ਛੱਡਣ ਦੀ ਲੋੜ ਨਹੀਂ। ਤੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ, ਉਹਦੇ ਪਿਆਰ ਵਿੱਚ ਜੁੜੋ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਬੰਦਿਆ ਫਿਰ ਕਦੋਂ ਸੇ ਦੇ ਆਵੇਂ, ਐ ਸੋਹਣੇ ਦਿਨ ਮੁੜ ਕੇ ਆਉਣੇ ਨੇ ਕਿਤੇ। ਤਰਵਰ ਵਿਛੁੰਨੇ ਨੇ ਪਾਤ ਜੁੜਤੇ, ਜਮ ਮਗ ਗੌਨ ਅਕੇਲੀ। ਉਹ ਭਲਿਆ ਜਿਵੇਂ ਦਰਖਤ ਨਾਲੋਂ ਪੱਤੇ ਟੁੱਟ ਜਾਣ, ਉਹ ਮੁੜ ਕੇ ਨਹੀਂ ਜੁੜ ਸਕਦੇ। ਜ਼ਿੰਦਗੀ ਦੇ ਜਿਹੜੇ ਦਿਨ ਚਲੇ ਗਏ ਉਹ ਮੁੜ ਕੇ ਵਾਪਸ ਨਹੀਂ ਆਉਣੇ। ਜ਼ਿੰਦਗੀ ਹੱਥੋਂ ਚਲੇ ਗਈ, ਇਹ ਮੁੜ ਕੇ ਵਾਪਸ ਨਹੀਂ ਆਉਣੀ। ਸਤਿਗੁਰੂ ਜੀ ਕਹਿੰਦੇ, ਜਮ ਗੌਨ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਸਦਾ ਫਿਰਤ ਦੇਹਲੀ। ਬੰਦਾ ਕੱਲਾ ਹੀ ਫਿਰ ਜਮਾਂ ਦੀ ਮਾਰ ਸਹਾਰਦਾ ਹੈ, ਕੋਈ ਮਦਦਗਾਰ ਨਹੀਂ ਬਣਦਾ। ਜਿੱਥੇ ਕੋਈ ਮਦਦਗਾਰ ਨਹੀਂ ਬਣਦਾ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਂ ਪਿਓ ਭੈਣ ਭਰਾ ਧੀਆਂ ਪੁੱਤਰ ਮਦਦ ਨਹੀਂ ਕਰ ਸਕਦੇ, ਨਾ ਅਸੀਂ ਕਰ ਸਕਦੇ ਹਾਂ, ਉੱਥੇ ਕੇਵਲ ਪ੍ਰਮਾਤਮਾ ਦਾ ਨਾਮ ਤੇਰਾ ਸੰਗੀ ਸਾਥੀ ਬਣ ਸਕਦਾ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਹੜੇ ਰੱਬ ਦੇ ਪਿਆਰ ਵਿੱਚ ਜੁੜੇ ਉਹਨਾਂ ਦਾ ਤਾਂ ਜੀਵਨ ਸਫਲ ਹੋ ਗਿਆ। ਨਹੀਂ ਤੇ ਜ਼ਿਆਦਾਤਰ ਪੁੱਤਰ ਕਲਤਰ ਮੋਹਿਤ ਹੈ, ਸਭ ਦੁੱਖ ਸਬਾਇਆ। ਮਨੁੱਖ ਮਨ ਦੀ ਮੱਤ ਮਗਰ ਲੱਗ ਕੇ, ਦੂਜੇ ਭਾਵ ਵਿੱਚ ਪੈ ਕੇ, ਆਪਣੇ ਪਰਿਵਾਰ ਦੇ ਮੋਹ ਵਿੱਚ ਪੈ ਕੇ ਬੰਧਨਾਂ 'ਚ ਵੱਜ ਗਿਆ ਤੇ ਬੜੇ ਦੁੱਖ ਸਹਾਰਦਾ ਹੈ, ਬੜਾ ਦੁਖੀ ਹੁੰਦਾ ਹੈ। ਜਮ ਦਰ ਬੱਦੇ ਮਾਰੀ ਹੈ, ਭਰਮੇ ਪਰਮਾਇਆ। ਦੇਖੋ, ਬੱਚਿਆਂ ਨੂੰ ਪਾਲਣਾ ਸਾਡੀ ਡਿਊਟੀ ਹੈ। ਉਹਨਾਂ ਦੀ ਚੰਗੀ ਪਾਲਣਾ ਪੋਸ਼ਣਾ ਕਰਨਾ, ਚੰਗੇ ਸੰਸਕਾਰ ਦੇਣਾ, ਇਹ ਸਾਡੀ ਡਿਊਟੀ ਹੈ। ਹੁਣ ਬੱਚੇ ਸਿਆਣੇ ਹੋ ਜਾਣ, ਉਦੋਂ ਬਾਅਦ ਦੇਖੋ ਨਾ ਸਾਡੇ ਅੰਦਰ ਮੋਹ ਕਿੰਨਾ ਕੁ ਹੈ। ਹੁਣ ਬੱਚੇ ਸਿਆਣੇ ਹੋ ਕੇ ਵੀ ਜੇ ਕਿਤੇ ਗਲਤ ਕੰਮ ਕਰਦੇ ਨੇ ਤੇ ਬੱਚੇ ਤੇ ਆਪਣੀ ਮਨ ਦੀ ਮੌਹ 'ਚ ਵਿਚਰਦੇ ਨੇ। ਇੱਕ ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕਿਹਾ ਕਿ ਬੇਰੀ ਦੇ ਕੋਲ ਕੇਲਾ ਹੋਵੇ ਨਾ, ਕੇਲਾ, ਉਹ ਬੇਰੀ ਤੇ ਆਪਣੀ ਮਨ ਦੀ ਮੌਹ 'ਚ ਝੂਲਦੀ ਹੈ, ਪਰ ਕੇਲਾ ਵਿਚਾਰਾ ਚੀਰਿਆ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ, ਮਾਂ ਪਿਓ ਨੇ ਧਨ ਦੌਲਤ ਕਮਾਇਆ, ਬੱਚੇ ਵੱਡੇ ਹੋ ਗਏ। ਹੁਣ ਬੱਚੇ ਜਿਹੜੇ ਨੇ ਆਪਣੇ ਸੁਭਾਅ ਅਨੁਸਾਰ ਵਿਚਰਦੇ ਹੋ ਤੇ ਮੌਜਾਂ ਮਾਣਦੇ ਨੇ, ਮਾਂ ਪਿਓ ਬੈਠੇ ਦੁਖੀ ਹੋਏ ਚਲੇ ਜਾਂਦੇ ਨੇ, ਬੜੀ ਚਿੰਤਾ ਕਰਦੇ ਨੇ। ਦੇਖੋ ਜੀ, ਸਾਨੂੰ ਨਿਆਣਿਆਂ ਦਾ ਫਿਕਰ ਹੈ, ਇਹ ਗਲਤ ਪਾਸੇ ਜਾਂਦੇ ਨੇ। ਚਿੰਤਾ ਮਾਂ ਪਿਓ ਕਰੀ ਜਾਂਦੇ, ਦੁਖੀ ਮਾਂ ਪਿਓ ਹੋਈ ਜਾਂਦੇ ਨੇ। ਇਹ ਬੰਧਨ ਹੈ ਇੱਕ, ਕਿਉਂਕਿ ਉਹ ਜੋ ਕਰਨਗੇ ਉਹ ਭਰਨਗੇ। ਉਹਨਾਂ ਨੂੰ ਚੰਗਾ ਉਪਦੇਸ਼ ਦੇਣਾ ਤੇ ਸਾਡਾ ਫਰਜ਼ ਹੈ, ਚੰਗੀ ਪ੍ਰੇਰਨਾ ਕਰਨਾ ਤੇ ਸਾਡਾ ਫਰਜ਼ ਹੈ। ਪਰ ਕੰਮ ਉਹ ਗਲਤ ਕਰਨ, ਚਿੰਤਾ ਅਸੀਂ ਕਰੀ ਜਾਈਏ, ਡਿਪਰੈਸ਼ਨ ਅਸੀਂ ਚਲੇ ਜਾਈਏ, ਜਾਂ ਇਵੇਂ ਕਹਿ ਲਓ ਕਿ ਬਲੱਡ ਪ੍ਰੈਸ਼ਰ ਸਾਡਾ ਵਧੀ ਜਾਏ, ਇਹ ਤੇ ਦੁੱਖ ਹੀ ਹੈ ਨਾ। ਇਹਨੂੰ ਤੇ ਦੁੱਖ ਕਹਿੰਦੇ ਨੇ ਕਿ ਮੋਹ ਵਿੱਚ ਪੈ ਕੇ ਅਸੀਂ ਫਿਰ ਸਾਰੀ ਜ਼ਿੰਦਗੀ ਦੁਖੀ ਹੁੰਦੇ ਚਲੇ ਜਾਂਦੇ ਹਾਂ। ਤੇ ਜੇ ਕਹੀਏ ਕਿ ਵਾਹਿਗੁਰੂ ਨੇ ਸਾਡੀ ਡਿਊਟੀ ਲਾਈ, ਇਹਨਾਂ ਨੂੰ ਦਿੱਤਾ ਪਾਲ, ਜਿਵੇਂ ਆਪਾਂ ਵੈਸਟਰਨ ਕੰਟਰੀ ਦਾ ਹਾਲ ਦੇਖੀਏ ਨਾ, 18 ਕੁ ਸਾਲ ਦਾ ਬੱਚਾ ਹੋ ਜਾਏ ਨਾ, 18 ਕੁ ਸਾਲ ਦਾ, ਉਦੋਂ ਕਹਿੰਦੇ ਕਾਕਾ ਜੇ ਕੱਲ ਨੂੰ ਘਰ ਆਉਣਾ ਤੇ ਫਿਰ ਆਪਣਾ ਘਰ ਦਾ ਕਿਰਾਇਆ ਇੱਥੇ ਰੱਖੀ ਲਿਆ ਕੇ, ਆਪਣੀ ਕਿਰਤ ਆਪ ਕਰ, ਹੁਣ ਕੰਮ ਆਪ ਕਰ। 18 ਸਾਲ ਤੋਂ ਬਾਅਦ ਬੱਚਾ ਕਿੱਥੇ ਹੈ, ਮਾਂ ਪਿਓ ਕਿਤੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ। ਮਾਂ ਪਿਓ ਆਪਣੀ ਜ਼ਿੰਦਗੀ ਮੌਜ ਦੀ ਜਿਉਂਦੇ ਨੇ, ਬੱਚੇ ਆਪਣੀ ਜ਼ਿੰਦਗੀ ਜਿਉਂਦੇ ਨੇ। ਲੇਕਿਨ ਅਸੀਂ ਬੱਚਿਆਂ ਦੀ ਚਿੰਤਾ ਚੁੱਕੀ ਫਿਰਦੇ ਹਾਂ। ਕਿੰਨਾ ਕਿੰਨਾ ਬੋਝ ਸਾਡੇ ਸਿਰ ਤੇ ਹੈ। ਦੇਖੋ, ਆਪਣੀ ਇਹ ਜ਼ਿੰਮੇਵਾਰੀ ਸੰਭਾਲਣਾ ਤੇ ਬਹੁਤ ਵਧੀਆ ਗੱਲ ਹੈ। ਪਰਿਵਾਰਾਂ ਦੀ ਦੇਖ ਰੇਖ ਕਰਨੀ, ਬੱਚਿਆਂ ਨੂੰ ਸਮਝਾਉਣਾ, ਇਹ ਬਹੁਤ ਵਧੀਆ ਗੱਲ ਹੈ। ਪਰ ਚਿੰਤਾਵਾਂ ਨੂੰ ਚੁੱਕੀ ਫਿਰਨਾ, ਜਾਂ ਉਹ ਬੱਚੇ ਜਿਹੜੇ ਕਹਿਣਾ ਹੀ ਨਹੀਂ ਮੰਨਦੇ, ਉਹਨਾਂ ਦੀ ਖਾਤਰ
डिप्रैशन च चले जाना, दुखी हो जाना, अपना बर्बाद कर लेना, यही तो मोह का बंधन है। ये करके तो आप दुखी हाँ। सतगुरु साहब जी कहते जो आप देखते हाँ कि मनुख की हालत की है कि मनुख जिहड़ा है ना फिर दुखी हो जाता है। तरवर विछुने ने पात जुड़ते, पुत्र कलत्र मोह हेत है सब दुख सबाया। ये धीआं पुत्र परिवार के मोह के हेत विच पै के असी बड़े दुखी हुन्ने हाँ। जम दरबदे मारिया है भरमे परमाया। फिर बंदा जमा के दर से बजा मारिया जाता है। देखो जी ऐस जिंदगी तो बाद कित्थे सानू बनना है जां किद्दां मारना है, ये तो परमात्मा जानदा है। क्योंकि ऐस जिंदगी तो बाद जो कुछ है वो तो उतों जाके कोई वापस नहीं आया जिन्हें सानू दस्या होएगा कि इदां दी अग बलदी है नरकां च, इदां साड़िया जाएगा, इदां मारिया जाएगा। लेकिन वो जम दूत की ने जां सानू मार किवें पैंदी है, इनू समझण लई गुरबाणी च सतगुरु जी ने सानू बड़ा सोहना ज्ञान दिता है। गुरु रामदास जी का एक पवित्र बचन पढ़ते हैं, साक तहारा साध न जाने तेन अंतर हौ में कंडा है। ज्यों ज्यों चले चुबे दुख पावे जम काल सहें सिर डंडा है। साखत बंदा जिहड़ा वाहिगुरु दे रस नूं, नाम दे रस नूं नहीं जानदा, उहदे अंदर अहंकार हुंदा है। वो अहंकार कंडे वांगू चुभदा है। कंडा पैर च लग जाए तुरो ना, किन्नी दर्द करता है कंडा जिहड़ा है। इस तरीके नाल मनुख दे अंदर होए अहंकार, किसी ने उन्होंने सन्मान नहीं दिता बंदा दुखी, वो सन्मान देण करके नहीं दुखी, वो अंदरला अहंकार उन्होंने दुखी कर रहा है। किसी ने को कहता तां दुखी, किसी ने किसी दूसरे की उस्तत करती तां दुखी। देखो उस्तत दूसरे की हो रही, दुखी मैं हो रहा, क्योंकि अंदर एक अहंकार का कंडा है ना। ज्यों ज्यों चले चुबे दुख पावे, ज्यों ज्यों असी जिंदगी च तुरदे हाँ वो अहंकार सानू चुभदा है, असी दुखी हुंदे हाँ। जम काल सह सिर डंडा, ये है जमा का डंडा साडे सिर ते खड़कदा। चिंता आ गई, ये जमा का डंडा है। क्रोध आ गया, ये जमा का डंडा है। इस करके सतगुरु साहब जी कहते ने जे सारी जिंदगी असी मोह माया के बंधना में बझे रहे फिर क्यों होएगा। जमदर बदे मारी है परमे परमाया। असी ते जमा के दर ते बजे मारी दे रवांगे, हर वेले भरम दे भटकदे रवांगे, असी मुक्त नहीं हो सकांगे। मनमुख जन्म गवाया नानक हर पाया। धन गुरु रामदास जी महाराज सच्चे पातशाह कहंदे भाई परमात्मा की रजा इवें ही है। देखो रब की रजा की है जां रब की रजा नूं आपां किवें समझना है। जिवें आपां किसी मुल्क अंदर रह रहे हैं, मुल्क दे अंदर कोई माड़े काम करेगा कानून अनुसार उन्होंने सजा मिलेगी। वो चलिया बादशाह का ही हुक्म है, जो मुल्क का हुक्म चलिया, गवर्नमेंट का हुक्म चलिया, उन्होंने सजा मिल गई। लेकिन चलिया वो काम अनुसार है। जे उन्हें काम माड़ा किया तां ही उन्होंने सजा मिली ना। जिन्हें चंगा काम किया उन्होंने किते सन्मान मिल गया, सन्मान मिलिया गवर्नमेंट के हुक्म च है, लेकिन मिलिया वो चंगे किते काम सदका है। इस करके जो परमात्मा दुख सुख जां परमात्मा का भाणा वरतदा है ना, गुरु की पवित्र बाणी कहती हुक्म चलाए अपना करमी वह कलाम। हुक्म परमात्मा का चलता है, पर परमात्मा के हुक्म की कलम चलती साडे कर्मां अनुसार। जे साडे कर्म होणगे मनमुखता वाले ते सतगुरु जी कहंदे वाहिगुरु जी का भाणा यही है। वाहिगुरु जी नूं इवें चंगा लगता है कि मनमुख अपनी जिंदगी अकार्थ गवा के चलिया जाता है। मनमुख जन्म गवाया नानक हर पाया। नानक जी हरी नूं यही गल इवें ठीक लगती है, भाव यही उहदा भाणा है कि मन की मत मगर चलिया होया प्राणी जिहड़ा दूजे भरम च है, जिहदा मन होर बन्ने लुभाएमान है, जिहड़ा नित कूड़ कपट ही कमाउंदा है, कूड़ ही बोलदा है, कूड़ दे नाल ही जुड़िया होया है, जिहड़ा हर वेले पुत्र कलत्र मोह हेत विच बझा होया है, दुख सहारदा रहिंदा है, जमां दे डंडे नूं सहारदा रहिंदा है, उहदी जिंदगी आकार चली जांदी, बिरथा चली जांदी है। जिंदगी बड़ी कीमती है। गुरबाणी विच सतगुरु जी ने जिंदगी नूं हीरे दे नाल तुलना दिती। हीरे जैसा जन्म है कौडी बदले जाए। सतगुरु जी कहंदे कि मनुखा जन्म अमोलक है। धन गुरु तेग बहादुर साहब जी कहंदे साधो गोविंद के गुण गावो मान जन्म अमोलक पाया। अमोलक का अर्थ के जिहदी कोई कीमत नहीं है। ये नहीं कि इन्ना ही जप करांगे तो जिंदगी मिल जाएगी, इन्ना दान करांगे जिंदगी मिल जाएगी। अमोलक है, जिहदा मुल ही कोई नहीं, किसे
ਇਹਨੂੰ ਦੁਰਲਭ ਵੀ ਕਿਹਾ। ਮਾਨਸ ਜਨਮ ਦੁਰਲਭ ਹੈ, ਇਹਨੂੰ ਦੁਰਲਭ ਕਿਹਾ। ਦੁਰਲਭ ਦਾ ਅਰਥ ਹੁੰਦਾ ਜਿਹੜਾ ਕਿਸੇ ਵੀ ਕੀਮਤ ਤੇ ਕਿਸੇ ਵੀ ਯਤਨ ਦੇ ਨਾਲ ਦੁਬਾਰਾ ਮਿਲ ਨਾ ਸਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇੰਨੀ ਵਰਗੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਮਨੁੱਖ ਕੇਵਲ ਤਾਂ ਕੇਵਲ ਮੋਹ ਮਾਇਆ ਵਿੱਚ ਖਚਤ ਹੋ ਕੇ ਜ਼ਿੰਦਗੀ ਅਕਾਰਥ ਗਵਾ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਸਾ ਰਾਗ ਦੇ ਛੰਤਾਂ 'ਚ ਇੱਕ ਬਚਨ ਕਿਹਾ ਹੈ ਕਿ ਜਿਨੀ ਐਸਾ ਹਰ ਨਾਮ ਨ ਚੇਤਿਓ ਸਿਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਰਲਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਹਰ ਨਾਮ ਨ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ। ਨਾਨਕ ਜੀ ਵਾਹਿਗੁਰੂ ਜੀ ਨੂੰ ਇਹੀ ਗੱਲ ਭਾਉਂਦੀ ਹੈ ਕਿ ਜਿਹੜੇ ਮਨਮੁਖ ਨੇ ਉਹ ਮਰਦੇ ਜੰਮਦੇ ਹੀ ਰਹਿਣ। ਮਨੁੱਖ ਜਿਹੜੇ ਦੁੱਖਾਂ ਭਾਵ ਰੱਬ ਦੀ ਇਹੀ ਰਜ਼ਾ ਹੈ, ਰੱਬ ਦਾ ਇਹੀ ਹੁਕਮ ਹੈ ਕਿ ਮਨਮੁਖ ਬੰਦੇ ਜਿਹੜੇ ਉਹ ਭਰਮ ਦੇ ਭਟਕਦੇ ਹੀ ਰਹਿਣਗੇ। ਭਾਵ ਇਹ ਕਾਨੂੰਨ ਹੈ, ਸਿਧਾਂਤ ਹੈ ਰੱਬ ਦਾ। ਜਿਹੜੇ ਮਨ ਦੀ ਮੱਤ ਮਗਰ ਚੱਲ ਕੇ ਕੇਵਲ ਤਾਂ ਕੇਵਲ ਆਪਣੀ ਜ਼ਿੰਦਗੀ ਦੇ ਮਾਰਗ ਤੋਂ ਖੁੰਝ ਜਾਣਗੇ। ਸਤਿਗੁਰੂ ਜੀ ਕਹਿੰਦੇ ਉਹ ਲੈਣ ਲਈ ਕੀ ਆਏ ਨੇ? ਬਿਲਕੁਲ ਜਿੱਦਾਂ ਕੋਈ ਸਕੂਲ ਜਾਏ ਬੱਚਾ, ਉੱਥੇ ਪੜ੍ਹੇ ਨਾ, ਫਿਰ ਤੁਰ ਕੇ ਆ ਜਾਏ, ਧਿਆਨ ਨਾ ਦੇਵੇ, ਤੇ ਆਪਾਂ ਕਹਿੰਦੇ ਤੂੰ ਲੈਣ ਲਈ ਕੀ ਜਾਂਦਾ ਉੱਥੇ? ਬਈ ਜੇ ਤੂੰ ਪੜ੍ਹਨਾ ਨਹੀਂ ਹੈ ਤੂੰ ਲੈਣ ਲਈ ਕੀ ਜਾਂਦਾ? ਗੁਰਦੁਆਰੇ ਅਸੀਂ ਆਈਏ, ਇੱਥੇ ਆ ਕੇ ਗੁਰੂ ਦੀ ਗੱਲ ਹੀ ਨਾ ਸੁਣੀਏ, ਇੱਥੇ ਆ ਕੇ ਅਸੀਂ ਗੁਰੂ ਕੋਲ ਬੈਠੀਏ ਨਾ, ਬਾਰੇ ਢਾਣੀਆਂ ਬਣਾ ਕੇ ਖੜੇ ਰਹੀਏ, ਗੱਲਾਂ ਬਾਤਾਂ ਜੀ ਕਰਕੇ ਚਾਹ ਪਾਣੀ ਪੀ ਕੇ ਮੁੜ ਜੇ। ਕੋਈ ਕਹੇਗਾ ਕੀ ਲੈਣ ਲਈ ਜਾਂਦਾ ਉੱਥੇ? ਫਿਰ ਸਿਆਣਾ ਬੰਦਾ ਤੇ ਇਹੀ ਕਹੇ ਨਾ ਕੀ ਲੈਣ ਲਈ ਗਿਆ ਜੇ ਤੂੰ ਗੱਲ ਸੁਣੀ ਕੋਈ ਨਹੀਂ। ਅੱਜ ਗੁਰੂ ਦਾ ਮੁੱਖ ਵਾਕ ਨਹੀਂ ਸੁਣਿਆ, ਕੋਈ ਗੁਰੂ ਦਾ ਸ਼ਬਦ ਨਹੀਂ ਸੁਣਿਆ। ਜੇ ਬੱਚੇ ਨੇ ਸਕੂਲ 'ਚ ਟੀਚਰ ਦੀ ਗੱਲ ਨਹੀਂ ਸੁਣੀ, ਆਪਾਂ ਕਹਿੰਦੇ ਕੀ ਲੈਣ ਜਾਣਾ, ਤੇ ਸਾਨੂੰ ਗੁਰੂ ਇਹ ਵੀ ਕਹਿੰਦੇ ਗੁਰਦੁਆਰੇ ਕੀ ਲੈਣ ਜਾਣਾ ਜੇ ਤੂੰ ਸੁਣਨਾ ਹੀ ਕੁਝ ਨਹੀਂ, ਬਹਿਣਾ ਹੀ ਨਹੀਂ, ਘੜੀ ਜਾ ਕੇ ਲੈਣ ਲਈ ਕੀ ਜਾਣਾ? ਗੁਰਦੁਆਰਾ ਗਿਆਨ ਦਾ ਕੇਂਦਰ ਹੈ। ਸਕੂਲ ਬੱਚੇ ਲਈ ਦੁਨਿਆਵੀ ਤੌਰ ਤੇ ਐਜੂਕੇਸ਼ਨ ਪ੍ਰਾਪਤ ਕਰਨ ਦਾ ਕੇਂਦਰ ਹੈ। ਪਰਮਾਤਮਾ ਨੇ ਧਰਤੀ ਤੇ ਸਾਨੂੰ ਲਿਆਂਦਾ ਹੈ, ਧਰਤੀ ਧਰਮਸਾਲ ਹੈ, ਧਰਮ ਕਮਾਉਣ ਦੀ ਥਾਂ ਹੈ। ਇਸ ਕਰਕੇ ਜੇ ਇੱਥੇ ਅਸੀਂ ਧਰਮ ਦਾ ਅਰਥ ਹੈ ਜੋ ਸਾਡੀ ਜ਼ਿੰਦਗੀ ਦਾ ਧਰਮ ਹੈ, ਮਨੁੱਖ ਜ਼ਿੰਦਗੀ ਦਾ ਧਰਮ। ਇੱਥੇ ਕੋਈ ਹਿੰਦੂ ਮੁਸਲਮਾਨ ਦੇ ਜਾਂ ਸਿੱਖ ਦੇ ਧਰਮ ਦੀ ਗੱਲ ਨਹੀਂ ਹੈ। ਜੋ ਇਨਸਾਨੀਅਤ ਦਾ ਧਰਮ ਹੈ, ਜੋ ਇੱਕ ਮਨੁੱਖ ਹੋਣ ਦੀ ਸਾਡੀ ਪਹਿਚਾਣ ਹੈ। ਜੇ ਉਹ ਕੰਮ ਅਸੀਂ ਕੀਤਾ ਹੀ ਨਾ ਤੇ ਅਸੀਂ ਕਾਹਦੇ ਲਈ ਲੈਣ ਲਈ ਆਏ ਹਾਂ? ਕੀ ਕੇਵਲ ਰੋਟੀਆਂ ਖਾਣ ਲਈ ਆਏ ਹਾਂ? ਪਸ਼ੂ ਵੀ ਆਉਂਦੇ ਨੇ ਚਲੇ ਜਾਂਦੇ ਨੇ, ਪੰਛੀ ਵੀ ਆਉਂਦੇ ਨੇ ਚਲੇ ਜਾਂਦੇ ਨੇ, ਮਨੁੱਖ ਵੀ ਆਏ ਚਲੇ ਗਏ। ਇਹਨਾਂ 'ਚ ਤੇ ਉਹਨਾਂ 'ਚ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਗੁਰੂ ਕੀ ਪਵਿੱਤਰ ਬਾਣੀ ਨੇ ਵਾਰ-ਵਾਰ ਇਹ ਗੱਲ ਕਹੀ ਹੈ ਕਿ ਆਮਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਟੋਰ। ਅਸੀਂ ਧਰਤੀ ਤੇ ਆਏ ਹਾਂ, ਜੇ ਅਸੀਂ ਜ਼ਿੰਦਗੀ ਦੇ ਮਨੋਰਥ ਨੂੰ ਜਾਣ ਹੀ ਨਾ ਸਕੇ, ਅਸੀਂ ਤੇ ਪਸ਼ੂ ਢੋਰ ਗੁਵਾਰੀ ਹਾਂ। ਫਿਰ ਕੋਈ ਫਰਕ ਨਹੀਂ ਹੈ। ਪਸ਼ੂ ਵੀ ਖਾਂਦੇ ਨੇ, ਅਸੀਂ ਖਾਂਦੇ ਹਾਂ, ਬੱਚੇ ਤੇ ਪਸ਼ੂਆਂ ਦੇ ਵੀ ਹੁੰਦੇ ਨੇ, ਸਾਡੇ ਵੀ ਹੁੰਦੇ ਨੇ। ਹਾਲਾਂਕਿ ਪਸ਼ੂ ਜਿਹੜੇ ਨੇ ਉਹ ਬੱਚਿਆਂ ਦੀ ਖਾਤਰ ਇੰਨਾ ਦੁਖੀ ਨਹੀਂ ਹੁੰਦੇ, ਬੱਚੇ ਕਿਤੇ, ਲੇਕਿਨ ਅਸੀਂ ਤੇ ਹੋਰ ਬੰਧਨਾਂ 'ਚ ਵੱਜੇ ਬੈਠੇ ਹਾਂ, ਅਸੀਂ ਤੇ ਉਹਨਾਂ ਤੋਂ ਵੀ ਅੱਗੇ ਚਲੇ ਗਏ। ਇਸ ਕਰਕੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਕਾਹਦੇ ਲਈ ਆਏ ਆਪਾਂ ਜਗਤ ਵਿੱਚ? ਜੇ ਹੁਣ ਵਾਹਿਗੁਰੂ ਜੀ ਦੇ ਪਿਆਰ 'ਚ ਨਾ ਜੁੜੇ ਤੇ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਇਆ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ। ਕਿ ਪ੍ਰਮਾਤਮਾ ਨੂੰ ਤੇ ਐਵੇਂ ਹੀ ਠੀਕ ਲੱਗਦਾ ਜਿਹੜੇ ਮਨ ਦੀ ਮੱਤ ਮਗਰ ਚੱਲ ਕੇ ਕੇਵਲ ਮੋਹ ਮਾਇਆ ਵਿੱਚ ਖਚਤ ਰਹਿੰਦੇ ਨੇ, ਉਹ ਭਟਕਦੇ ਜੰਮਦੇ ਮਰਦੇ ਰਹਿੰਦੇ ਨੇ। ਇਹੀ ਰੱਬ ਦੀ ਰਜ਼ਾ ਹੈ। ਸਤਿਗੁਰੂ ਜੀ ਨੇ ਪਿਛਲੀ ਪੌੜੀ ਅੰਦਰ ਗੱਲ ਗੁਰਮੁਖਾਂ ਦੀ ਕੀਤੀ ਸੀ ਕਿ ਗੁਰਮੁਖ ਜਨ ਜਿਹੜੇ ਨੇ ਉਹ ਪ੍ਰਮਾਤਮਾ 'ਚ ਲਿਵਲੀਨ ਹੋ ਜਾਂਦੇ ਨੇ। ਉਹ ਗੁਣਾਂ ਨੂੰ ਗ੍ਰਹਿਣ ਕਰਕੇ ਵਾਹਿਗੁਰੂ ਜੀ ਦੇ ਹਰ ਨਾਮ ਸਮਾਇਆ ਪ੍ਰਮਾਤਮਾ 'ਚ ਸਮਾ ਜਾਂਦੇ ਨੇ। ਪਰ ਇੱਥੇ ਗੱਲ ਉਹਨਾਂ ਦੀ ਜਿਹੜੇ ਮਨ ਦੀ ਮੱਤ ਮਗਰ ਚੱਲ ਕੇ ਹੋਰ ਪਾਸੇ ਲਵਾਹਿਮਾਨ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ। ਪਰਮਾਤਮਾ ਨੂੰ ਇਹੀ ਭਾਉਂਦਾ ਕਿ ਉਹਨਾਂ ਦਾ ਜਨਮ ਆਕਾਰ ਚਲਿਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਡੇ ਹਿਰਦੇ 'ਚ ਵਸਣ। ਅਸੀਂ ਗੁਰੂ ਕੀ ਬਾਣੀ ਦੀ ਰੌਸ਼ਨੀ ਅੰਦਰ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਦਾ ਲਾਹਾ ਖੱਟ ਸਕੀਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।